ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ, ਸਾਧੂਆਂ ਦਾ ਬੋਲ ਨਾ ਟਲੇ। ਆਪਣੇ ਦਰਮਿਆਨ ਮਹਾਂਪੁਰਸ਼ ਪਹੁੰਚ ਚੁੱਕੇ ਹਨ। ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਇੱਕ ਜੈਕਾਰਾ ਗਜਾਓ। ਬੋਲੇ ਸੋ ਨਿਹਾਲ, ਸਾਧੂਆਂ ਦਾ ਜੀ ਬੋਲ ਨਾ ਟਲੇ। 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 ਭਾਵੇਂ ਚੰਦਰਮਾ ਨਾਸ ਹੋ ਜਾਵੇ, ਭਾਵੇਂ ਚੰਦਰਮਾ ਨਾਸ ਹੋ ਜਾਵੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਉਸ ਬਾਲਕੇ ਦੀ ਉਮਰ 111 ਸਾਲ ਹੋ ਗਈ। ਔਰ ਇਹ ਖੁਸ਼ੀ ਖੁਸ਼ੀ ਉਮਰ ਵਧਾ ਕਰਕੇ ਬਾਲਕਾ ਰਾਜੇ ਉਦਰਸੈਨ ਦੇ ਆਪਦੇ ਗੁਰਦੇਵ ਪਿਤਾ ਦੇ ਮਹਿਲਾਂ ਵਿੱਚ ਜਾ ਪਹੁੰਚਿਆ। ਔਰ ਰਾਜੇ ਉਦਰਸੈਨ ਨੇ ਇਹ ਸੁਣ ਕਰਕੇ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦਾ ਕੋਟਨ ਧੰਨਵਾਦ ਕੀਤਾ। ਆਓ ਆਪਣੇ ਦਰਮਿਆਨ ਸ਼੍ਰੀਮਾਨ ਸੰਤ ਬਾਬਾ ਪਿਰਤਪਾਲ ਸਿੰਘ ਜੀ ਮਹਾਰਾਜ, ਮਲੇਸ਼ੀਆ ਵਾਲੇ ਮਹਾਂਪੁਰਸ਼ ਔਰ ਦਰਸ਼ਨ ਮੁਨੀ ਮਹਾਰਾਜ ਜੀ, ਨਿਰਮਲ ਦਾਸ ਮਹਾਰਾਜ ਜੀ ਪਹੁੰਚ ਚੁੱਕੇ ਹਨ। ਸਾਰੀਆਂ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦਾ ਨੂੰ ਜੀ ਆਇਆਂ ਆਖਦੇ ਹੋਏ ਇੱਕ ਜੈਕਾਰਾ ਫਿਰ ਗਜਾਉਂਦੇ ਹਾਂ। ਬੋਲੇ ਸੋ ਨਿਹਾਲ। ਮਹਾਂਪੁਰਸ਼ਾਂ ਦਾ ਧੰਨਵਾਦ ਜੋ ਆਪ ਸਭ ਸੰਗਤਾਂ ਨੂੰ ਸਟੇਜ 'ਤੇ ਆ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਆਪਾਂ ਨੂੰ ਸਾਰਿਆਂ ਨੂੰ ਦਰਸ਼ਨ ਹੀ ਦਿੱਤੇ ਹਨ। ਸੰਗਤਾਂ ਨੂੰ ਫਿਰ ਬੇਨਤੀ ਹੈ ਕਿ ਮਹਾਂਪੁਰਸ਼ ਸਟੇਜ 'ਤੇ ਸੁਭਾਏਮਾਨ ਹੋ ਚੁੱਕੇ ਹਨ। ਪਹੁੰਚ ਕਰਕੇ ਮਹਾਂਪੁਰਸ਼ਾਂ ਦੇ ਕਮਾਏ ਹੋਏ ਵਚਨ ਸਰਵਣ ਕਰਕੇ ਆਪਦਾ ਲੋਕ ਔਰ ਪਰਲੋਕ ਸੁਹੇਲਾ ਕਰੋ। ਦਾਸ ਕੋਲੋਂ ਵਿਚਾਰ ਕਰਦਿਆਂ ਕੀਰਤਨ ਕਰਦਿਆਂ ਹੋਈਆਂ ਤਮਾਮ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰੋ। ਮਹਾਂਪੁਰਸ਼ਾਂ ਤੋਂ ਰਹਿੰਦਾ ਸਮਾਂ ਸਰਵਣ ਕਰੋ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀਤਾ ਲੋੜੀਐ ਕੰਮ ਸੁਖਰ ਪੈ ਆਖੀਐ, ਕਾਰਜ ਦੇ ਸਵਾਰ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ, ਨਾਨਕ ਹਰ ਗੁਣ ਗਾਏ, ਵਾਹਿਗੁਰੂ ਲਾਖੀਐ। ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੀ ਮੰਗ ਮੰਗਾ ਮਾਲਕਾ, ਰਹਿਣ ਸਾਧੂਆਂ ਦੇ ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਵਾਹ ਵਾਹ ਸਾਧੂਆਂ ਦੇ ਮੇਲੇ, ਇਹੀ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੀ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਵੀ ਇਹੋ ਮੰਗ ਮੰਗਾ ਮਾਲਕਾ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, ਇਹੋ ਮੰਗ ਮੰਗਾ ਮਾਲਕਾ, ਵਾਹ ਵਾਹ ਹੋਏ ਹੋ ਮੰਗ ਜੀ ਮੰਗਾ ਮਾਲਕਾ, ਇਹੋ ਮੰਗਾ ਮਾਲਕਾ, ਇਹੋ ਮੰਗ ਜੀ ਮੰਗਾ ਮਾਲਕਾ, ਇਹੋ ਮੰਗ ਜੀ ਮੰਗਾ ਮਾਲਕਾ, ਇਹੋ ਮੰਗ ਮੰਗਾ ਮਾਲਕਾ, ਇਹੋ ਮੰਗ ਮੰਗਾ ਮਾਲਕਾ, ਰਹਿਣ ਸਾਧੂਆਂ ਦੇ ਮੇਲੇ, ਹੁੰਦੇ ਰਹਿਣ ਸਾਧੂਆਂ ਦੇ ਮੇਲੇ, संतन के रेन प्यारे, हम संतन की शरणा,
हमारी ओट बताई। संत हमारा गहना। परम सत्कारयोग गुरु रूप गुरु खालसा सत संगत, आप सब बहुत उत्तम कर्मा वाले हो, जिन्हां नूं हाजरा हजूर ज़ाहरा जहूर सर्व कला भरपूर नाम बाणी के जखास, हलत पलत के राखे लोक परलोक के सहायक हाजिर नाजर प्रतख सतगुरु साहिब श्री गुरु ग्रंथ साहिब महाराज जी दी पावन पवित्र निੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਕਿਰਪਾ ਰਹਿਮਤ ਅਤੇ ਬਖਸ਼ਿਸ਼ ਦੇ ਸਦਕਾ ਆਪਣੇ ਇਸ ਨਗਰ ਸਿਕੰਦਰਪੁਰੇ ਦੀਆਂ ਸੰਗਤਾਂ ਵੱਲੋਂ ਇਸ ਸਟੇਜ ਦੇ ਤੀਸਰੇ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਇਕੱਤਰਤ ਹੋਏ ਹਾਂ ਭਾਈ, ਜੋ ਕਿ ਮਹਾਂਪੁਰਖਾਂ ਦਾ ਮਹਾਨ ਵੱਡਾ ਉਦਮ ਅਤੇ ਉਪਰਾਲਾ ਸ਼੍ਰੀਮਾਨ ਸੰਤ ਦਰਸ਼ਨ ਮੁਨੀ, ਸ਼੍ਰੀਮਾਨ ਸੰਤ ਨਿਰਮਲ ਦਾਸ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਆਪਣੇ ਬਜ਼ੁਰਗਾਂ ਦੀਆਂ, ਆਪਣੇ ਵੱਡਿਆਂ ਦੀਆਂ ਇਸ ਅਸਥਾਨ ਦੇ ਪਹਿਲੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣ ਦੇ ਵਾਸਤੇ, ਸੰਗਤਾਂ ਦੇ ਸਾਲ ਭਰ ਦੇ ਦਸਵੰਧ ਨੂੰ ਸਫਲਾ ਕਰਨ ਦੇ ਵਾਸਤੇ, ਸੰਗਤਾਂ ਦੀਆਂ ਗੁਰੂ ਸਾਹਿਬ ਦੀਆਂ ਭਗਵਾਨ ਸ਼੍ਰੀ ਚੰਦ ਮਹਾਰਾਜ ਦੀਆਂ ਖੁਸ਼ੀਆਂ ਲੈਣ ਦੇ ਵਾਸਤੇ, ਇਹ ਜੋ ਆਪਾਂ ਹਰ ਸਾਲ ਹੀ ਇਸ ਸਥਾਨ ਤੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਆਪਾਂ ਸਾਲਾਨਾ ਸਮਾਗਮ ਕਰਦੇ ਹਾਂ, ਅੱਜ ਆਪਾਂ ਤੀਸਰੇ ਅਤੇ ਇਸ ਸਟੇਜ ਦੇ ਆਖਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸੱਚੇ ਪਾਤਸ਼ਾਹ ਨੇ ਦਇਆ ਕੀਤੀ, ਆਪਣੇ ਸਾਰਿਆਂ ਤੇ ਰਹਿਮਤ ਕੀਤੀ ਹੈ। ਪਿਛਲੇ ਸਾਲ ਤਾਂ ਚਾਹ ਕੇ ਥੋੜਾ ਮੌਸਮ ਖਰਾਬ ਹੋ ਜਾਣ ਕਰਕੇ ਇੱਕ ਦੀਵਾਨ ਆਪਣਾ ਡਿਸਮਿਸ ਹੋ ਗਿਆ ਸੀ, ਪਰ ਇਸ ਵਾਰ ਸਤਿਗੁਰਾਂ ਨੇ ਦਇਆ ਕੀਤੀ ਹੈ, ਰਹਿਮਤ ਕੀਤੀ ਹੈ, ਆਪਣੀ ਸਾਰਿਆਂ ਦੀ ਭਾਵਨਾ ਨੂੰ ਭਾਗ ਲਗਾਏ ਹਨ। ਦਇਆ ਦੇ ਘਰ ਵਿੱਚ ਸਤਿਗੁਰੂ ਆਏ ਹਨ, ਆਪਣੇ ਖੁੱਲੇ ਦਰਸ਼ਨ ਦੀਦਾਰ, ਸਾਧੂਆਂ ਦੇ ਖੁੱਲੇ ਦਰਸ਼ਨ ਦੀਦਾਰ ਔਰ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ ਕੇ ਨਿਵਾਜਣਾ ਕੀਤਾ ਹੈ। ਜਿਹੜੀਆਂ ਸੰਗਤਾਂ ਨੇ ਪਹਿਲੇ ਅਤੇ ਦੂਸਰੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਧੰਨਤਾ ਦੇ ਯੋਗ, ਜਿਹੜੇ ਤੀਸਰੇ ਦੀਵਾਨ ਤੇ ਵੀ ਪਹੁੰਚੇ ਹਨ, ਉਹਨਾਂ ਨੂੰ ਵੀ ਜੀ ਆਇਆਂ। ਪਰ ਜੇ ਪਹਿਲੇ ਦਿਨ ਤੋਂ ਤੁਸੀਂ ਦੀਵਾਨ ਸਰਵਣ ਕਰਦੇ ਰਹਿੰਦੇ, ਆਪ ਜੀ ਨੂੰ ਬੜੇ ਪ੍ਰੇਮ ਦੇ ਨਾਲ ਇਸ ਗੱਲ ਦਾ ਗਿਆਨ ਹੋ ਜਾਣਾ ਸੀ, ਅੰਤਾਂ ਦੀ ਗਰੀਬੀ ਸਤਿਗੁਰੂ ਕਿਵੇਂ ਕੱਟਦੇ ਹਨ। ਜੇ ਕਿਸੇ ਕਾਰਨ ਸਾਡਾ ਬੱਚਾ ਕੋਈ ਨਲਾਇਕ ਹੈ, ਜੇ ਕਿਸੇ ਕਾਰਨ ਸਾਡੇ ਘਰ ਵਿੱਚ ਕੋਈ ਮੰਦ ਬੁੱਧੀ ਹੈ, ਉਸ ਨੂੰ ਸਤਿਗੁਰੂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਕਿੱਦਾਂ ਠੀਕ ਕਰਦੇ ਹਨ। ਜੇ ਤੁਸੀਂ ਕੱਲ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਤਾਂ ਤੁਸੀਂ ਸਮਝਦੇ ਕਿ ਕਿਵੇਂ ਵੱਡ ਵੱਡੀਆਂ ਸ਼ਕਤੀਆਂ ਵਾਲਿਆਂ ਨੂੰ ਵੀ ਗੁਰਸਿੱਖਾਂ ਨੇ ਚਰਨਾਂ ਦੇ ਵਿੱਚ ਝੁਕਾ ਲਿਆ। ਕਹਿਣ ਤੋਂ ਭਾਵ ਕਿ 3 ਜਾਂ 5 ਦੀਵਾਨ ਜਦੋਂ ਲੱਗਦੇ ਹਨ ਤਾਂ ਉਹਨਾਂ ਦੇ ਵਿੱਚ ਸਾਨੂੰ ਇੱਕ ਗਿਆਨ ਪ੍ਰਾਪਤ ਹੋਣਾ ਹੁੰਦਾ ਹੈ। ਤਿੰਨਾਂ ਦੀਵਾਨਾਂ ਦਾ ਨਿਚੋੜ ਕੀ ਹੈ, ਮੋਰਲ ਸੈਂਟਰਲ ਆਈਡੀਆ, ਕੇਂਦਰੀ ਭਾਵ ਕੀ ਹੈ,
ਇਹਨਾਂ ਕੀਤੇ ਹੋਏ ਸਮਾਗਮਾਂ ਦਾ ਸਾਨੂੰ ਫਲ ਕੀ ਮਿਲੇਗਾ, ਕਿਹੜਾ ਕਿਹੜਾ ਔਗਣ ਅਸੀਂ ਆਪਣੀ ਜ਼ਿੰਦਗੀ ਚੋਂ ਤਿਆਗਣਾ ਹੈ। ਦੀਵਾਨਾਂ ਦੇ ਵਿੱਚ ਜਿਹੜੇ ਪ੍ਰਵਚਨ ਹੋ ਰਹੇ ਹਨ, ਕਿੰਨੀਆਂ ਕੁ ਘਾਟਾਂ ਸਾਡੇ ਵਿੱਚ ਹਨ ਜਿਹੜੀਆਂ ਅਸੀਂ ਕੱਢਣੀਆਂ ਨੇ। ਦੀਵਾਨਾਂ ਤੋਂ ਪਹਿਲਾਂ ਵਾਲਾ ਸਾਡਾ ਜੀਵਨ ਕੈਸਾ ਸੀ? ਜਦੋਂ ਅਸੀਂ ਦੀਵਾਨ ਸਰਵਣ ਕਰ ਲਏ, ਮਹਾਨ ਗਿਆਨ ਸਾਨੂੰ ਮਹਾਪੁਰਸ਼ਾਂ ਨੇ ਸੁਣਾ ਦਿੱਤਾ। ਉਹ ਸੁਣਨ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਕਿੰਨੀਆਂ ਕੁ ਚੇਂਜਸ ਆ ਗਈਆਂ, ਕਿੰਨਾ ਕੁ ਸਾਡਾ ਜੀਵਨ ਬਦਲ ਗਿਆ, ਕਿੰਨਾ ਕੁ ਸਾਡਾ ਜੀਵਨ ਉੱਚਾ ਤੇ ਸੁੱਚਾ ਬਣ ਗਿਆ। ਬਣਿਆ ਵੀ ਕਿ ਨਾ, ਕਿ ਅਸੀਂ ਉਸ ਤੋਂ ਵੀ ਹੋਰ ਵਿਗੜ ਗਏ, ਹੋਰ ਅਸੀਂ ਵਾਹਿਗੁਰੂ ਵੱਲੋਂ ਟੁੱਟ ਗਏ, ਜਾਂ ਕੋਈ ਔਗਣ ਹੀ ਧਾਰਨ ਕਰ ਲਏ। ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਨੋਟ ਕਰਨਾ ਚਾਹੀਦਾ ਹੈ। ਸੋ ਅੱਜ ਜੋ ਆਪਣਾ ਤੀਸਰਾ ਦੀਵਾਨ ਇਸ ਸਟੇਜ ਦਾ ਹੈ, ਮਹਾਪੁਰਖ ਕਹਿ ਰਹੇ ਸਨ ਕਿ ਸੰਗਤਾਂ ਕਹਿੰਦੀਆਂ ਹਨ ਕਿ ਇੱਕ ਦੀਵਾਨ ਹੋਰ। ਪਿਛਲੀ ਵਾਰ ਤਾਂ ਬਾਰਿਸ਼ ਆ ਗਈ ਸੀ ਤਾਂ ਕਰਕੇ ਆਪਾਂ ਨੇ ਕਹਿ ਦਿੱਤਾ ਹੋਰ। ਇਸ ਵਾਰ ਤਾਂ ਆਪਾਂ ਨੇ ਬੜਾ ਆਨੰਦ ਲਿਆ, ਬੜੀ ਕਿਰਪਾ ਹੋਈ। ਹੁਣ ਦੇਖੋ ਸੰਤ ਨਿਰਮਲ ਦਾਸ ਜੀ ਅਤੇ ਸੰਤ ਦਰਸ਼ਨ ਮੁਨੀ ਜੀ ਔਰ ਸੰਗਤਾਂ ਪ੍ਰਬੰਧਕ ਸੱਜਣਾ ਦੇ ਨਾਲ ਮਿਲ ਕੇ ਕੋਈ ਗਿੱਟ ਮਿੱਟ ਕਰਕੇ ਤਾਂ ਆਏ ਹਨ, ਸਾਨੂੰ ਨਹੀਂ ਦੱਸਿਆ। ਬਾਅਦ ਵਿੱਚ ਹੀ ਦੱਸਣਗੇ ਸਾਨੂੰ, ਤਾਂ ਜਦੋਂ ਅਨਾਉਂਸਮੈਂਟ ਕਰ ਰਹੇ ਹੋਣਗੇ ਕਿ ਸੰਗਤਾਂ ਨੇ ਇਹਨਾਂ ਨੂੰ ਕੀ ਪੱਟੀ ਪੜ੍ਹਾਈ ਹੈ ਔਰ ਇਹ ਸੰਗਤਾਂ ਨੂੰ ਕਿੱਦਾਂ ਖੁਸ਼ ਕਰਨਗੇ। ਜੋ ਹੁਕਮ ਹੋਵੇਗਾ ਉਹ ਫਿਰ ਬਾਅਦ ਵਿੱਚ ਆਪਾਂ ਸਤਿਗੁਰਾਂ ਦੇ ਹੁਕਮਾਂ ਤੋਂ ਬਾਅਦ ਸੁਣਾਂਗੇ ਕਿ ਕੱਲ ਨੂੰ ਅਸੀਂ ਦੁਬਾਰਾ ਆਉਣਾ ਹੈ ਜਾਂ ਨਹੀਂ। ਉਹ ਫਿਰ ਬਾਅਦ ਚ ਸੰਤਾਂ ਦੇ ਹੁਕਮ ਮੰਨਾਂਗੇ, ਸੁਣਾਂਗੇ। ਪਰ ਅੱਜ ਜੋ ਕਿ ਤੁਸੀਂ ਸੰਗਤ ਵਿੱਚ ਚੱਲ ਕੇ ਆਏ ਹੋ, ਮਨ ਚਿੱਤ ਬੁੱਧ ਨੂੰ ਇਕਾਗਰ ਕਰੋ। ਹੋਣ ਵਾਲੀ ਗੁਰ ਇਤਿਹਾਸ, ਗੁਰੂ ਦੀ ਵਿਚਾਰ, ਗੁਰਬਾਣੀ ਦੇ ਅਰਥ ਧਿਆਨ ਨਾਲ ਸਰਵਣ ਕਰੋ। ਇਹ ਜੋ ਸਾਡਾ ਮਨ ਡਿੱਕ ਡੋਲੇ ਖਾਂਦਾ, ਕਦੇ ਕਹਿੰਦਾ ਮੈਂ ਸਾਧੂ ਬਣ ਜਾਣਾ, ਕਦੇ ਕਹਿ ਦਿੰਦਾ ਜਿਹੜਾ ਵੀ ਆਵੇ ਮੈਂ ਛਿੱਲ ਉਧੇੜ ਦੇਣੀ ਹੈ ਉਹਦੀ, ਕਦੇ ਚੋਰ ਉਚੱਕਿਆਂ ਵਾਲਾ ਜੀਵਨ ਇਹਦੇ ਵਿੱਚ ਆਉਂਦਾ ਹੈ, ਪਾਪ ਕਰਮਾਂ ਵਾਲਾ ਜੀਵਨ ਆਉਂਦਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ। ਇਹ ਜਿਹੜਾ ਸਾਡਾ ਮਨ ਉਪਰਾਮਤਾ ਦੇ ਵਿੱਚ ਫਿਰੜੇਗਾ ਹੈ, ਇਸ ਮਨ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਰਨਾ ਹੈ, ਕਿਵੇਂ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਹਿਣਾ ਹੈ, ਇਹਦੀ ਆਪਾਂ ਵਿਚਾਰ ਕਰੀਏ। 3 ਹਿੱਸਿਆਂ ਵਿੱਚ ਬੋਲਿਆ ਕਰੋ ਗੱਜ ਵੱਜ ਕੇ ਭਾਈ, ਜੋ ਕਿ ਆਪਾਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ, ਰਾੜਾ ਸਾਹਿਬ ਵਾਲੇ ਮਹਾਰਾਜ ਅਤੇ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੀ ਬਖਸ਼ਿਸ਼ੇ ਧਾਰਨਾ ਵਾਲਾ ਕੀਰਤਨ ਕਰਦੇ ਹਾਂ। ਇਸ ਦਾ ਮੇਨ ਪ੍ਰਯੋਜਨ ਹੁੰਦਾ ਹੈ ਕਿ ਸਾਰੀਆਂ ਸੰਗਤਾਂ ਆਪਣੀ ਰਸਨਾ ਦੀ ਪਵਿੱਤਰਤਾ ਵਾਸਤੇ 3 ਹਿੱਸਿਆਂ ਦੇ ਵਿੱਚ ਗੱਜ ਵੱਜ ਕੇ ਬੋਲਣ। ਕੱਲ ਸੰਗਤਾਂ ਬੋਲੀਆਂ ਧਾਰਨਾ ਦੇ ਵਿੱਚ, ਅੱਜ ਵੀ ਬੇਨਤੀ ਹੈ ਗੱਜ ਕੇ ਬੋਲੋ ਔਰ ਆਪਣੇ ਮਨ ਨੂੰ ਕਿਵੇਂ ਟਿਕਾਣੇ ਤੇ ਰੱਖਣਾ ਹੈ, ਕਿਵੇਂ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖਣਾ ਹੈ, ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਵੱਡੇ ਉਤਰਾਅ ਤੇ ਚੜ੍ਹਾਅ ਆਉਂਦੇ ਰਹਿੰਦੇ ਹਨ, ਕਿਵੇਂ ਉਤਰਾਅ ਤੇ ਚੜ੍ਹਾਅ ਦੇ ਵਿੱਚ ਆਪਾਂ ਨੇ ਇੱਕ ਅਵਸਥਾ ਵਿੱਚ ਰਹਿਣਾ ਹੈ। ਇਸ ਦੀ ਵਿਚਾਰ ਆਪਾਂ ਕਰਦੇ ਹਾਂ। ਪਹਿਲਾਂ ਥੋੜਾ ਜਿਹਾ ਮਨ ਨੂੰ ਚੋਟ ਮਾਰ ਲਈਏ। ਜਦੋਂ ਡੋਲਦਾ ਦਿਸੇ ਮਨ ਤੇਰਾ, ਬਾਣੀ ਵਾਲਾ ਘੋੜਾ ਨਾਦ ਵੀ
ਜਦੋਂ ਡੋਲਦਾ ਦਿਸੇ ਮਨ ਤੇਰਾ ਪਾਣੀ ਵਾਲਾ ਘੋੜਾ ਲਾਦਮੀ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਸਾਰੀਆਂ ਭੈਣਾਂ ਉੱਚੀ ਬੋਲੋ। ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਜਦੋਂ ਡੋਲਦਾ ਦਿਸੇਗਾ ਮਨ ਤੇਰਾ ਦਿਸੇਗਾ ਮਨ ਪਾਣੀ ਵਾਲਾ ਘੋੜਾ ਲਾਦਮੀ। ਡੋਲਦਾ ਦਿਸੇਗਾ ਮਨ ਤੇਰਾ ਵੀ ਪਾਣੀ ਵਾਲਾ ਘੋੜਾ ਲਾਦਮੀ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਓਏ ਮਨ ਮੇਰਾ ਬਾਣੀ ਵਾਲਾ ਹੋੜਾ ਦੇ ਦੀਏ। ਵਾਹ ਵਾਹ ਬਾਣੀ ਵਾਲਾ ਜੇ ਹੋੜਾ ਲਾ ਦੀਏ। ਬਾਣੀ ਵਾਲਾ ਜੇ ਹੋੜਾ ਲਾ ਦੀਏ। ਬਾਣੀ ਵਾਲਾ ਜੇ ਹੋੜਾ ਲਾ ਦੀਏ। ਬਾਣੀ ਵਾਲਾ ਜੀ ਹੋੜਾ ਲਾ ਦੀਏ। ਡੋਲਦਾ ਦਿਸੇ ਮਨ ਪਾਣੀ ਵਾਲਾ ਘੋੜਾ ਲਾਦਮੀ। ਜਦੋਂ ਡੋਲਦਾ ਦਿਸੇਗਾ ਮਨ ਤੇਰਾ ਪਾਣੀ ਵਾਲਾ ਘੋੜਾ ਲਾਦਮੀ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਲਾ ਦੀਏ। ਜਦੋਂ ਡੋਲਦਾ ਹੋਵੇ ਮਨ ਜੀ ਬਾਣੀ ਵਾਲਾ ਹੋੜਾ ਲਾ ਦੀਏ। ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਲਾ ਦੀਏ। ਜਦੋਂ ਡੋਲਦਾ ਹੋਵੇ ਮਨ ਮੇਰਾ ਬਾਣੀ ਵਾਲਾ ਹੋੜਾ ਲਾ ਦੀਏ। ਮਨ ਦਾ ਸੁਭਾਅ ਹੈ ਜਦੋਂ ਕੋਈ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਜੀ ਦੇ ਵੱਲੋਂ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ, ਜਬ ਕਛ ਪਾਵੈ ਤਬ ਗਰਵ ਕਰਤ ਹੈ। ਛੋਟੀਆਂ ਛੋਟੀਆਂ ਸੰਸਾਰੀ ਵਸਤੂਆਂ ਨੇ ਜਦੋਂ ਵਸਤੂਆਂ ਦੀ ਪ੍ਰਾਪਤੀ ਕਰਦਾ ਹੈ ਵਾਹਿਗੁਰੂ ਵਾਲੇ ਪਾਸਿਓਂ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ ਹੈ। ਜਬ ਕਛ ਪਾਵੈ ਤਬ ਗਰਵ ਕਰਤ ਹੈ। ਮਾਇਆ ਗਈ ਤਬ रोवन लगत है। माटी को पुतरा कैसे नचत है। ये मिट्टी दा पुतला देखो किवें कलोला करदा फिरदा। जदों कोई वस्तु दी प्राप्ति कर लैंदा कहंदा मैं प्राप्त कीता, मैं बड़ी मेहनत करदा हुन्ना। जदों फसल वधिया हो जाए दसदा लोकां नूं फलानी कंपनी दा बीज पाया सी, इस टाइम ते पानी दिता सी, इस टाइम ते रे खाद पाई सी। ते जदों किते ढह जावे जां उस टाइम ते मींह पै जावे जां किते फसल काली जां पीली हो जावे एकदम कह दिंदा ये सब वाहिगुरू ने कीता। जानी चंगा कर्म मैं खुद कीता ते जेड़ा नुकसान हो गया वाहिगुरू जी ने कर दिता।
ਪੁਰਾਤਨ ਗੁਰਸਿੱਖ ਇਦਾਂ ਨਹੀਂ ਸੀ ਕਰਿਆ ਕਰਦੇ। ਅਸੀਂ ਕੱਲ ਵੀ ਤੁਹਾਨੂੰ ਦੱਸਿਆ ਕਿੰਨੀਆਂ ਦਾਤਾਂ ਦਾ ਮਾਲਕ ਸੀ ਭਾਈ ਗੜੀਆ। ਦੌਲੇ ਸ਼ਾਹ ਫਕੀਰ ਨੂੰ ਸਾਧ ਸੰਗਤ ਐਸਾ ਗਿਆਨ ਕਰਵਾ ਦਿੱਤਾ ਉਸਨੇ, ਜਿਹੜਾ ਕਹਿੰਦਾ ਸੀ ਧਰਤੀ ਦੇ ਨੀਚੇ ਦੱਬਿਆ ਸੋਨਾ ਮੈਂ ਦੱਸ ਸਕਦਾ ਕਿੱਥੇ ਹੈ, ਤੇ ਜਿਹੜਾ ਕਹਿੰਦਾ ਸੀ ਇਹਦੀ ਆਵਾਜ਼ ਵਧਾ ਦੇ, ਜਿਹੜਾ ਕਹਿੰਦਾ ਸੀ ਉਹ ਤੂੰ ਇਤਨੇ ਵੱਡੇ ਗੁਰੂ ਦਾ ਚੇਲਾ, ਪਰ ਤੇਰੇ ਪੈਰਾਂ ਦੇ ਵਿੱਚ ਜਿਹੜੀ ਜੁੱਤੀ ਪਾਈ ਹੈ ਟੁੱਟੀ ਹੋਈ ਪਾਈ ਹੋਈ ਹੈ। ਜੇ ਤੁਸੀਂ ਕਹੋ ਤਾਂ ਜੁੱਤੀ ਲੈ ਕੇ ਦੇ ਦਿਓ ਤੁਹਾਨੂੰ। ਕੱਲ ਦੇ ਦੀਵਾਨ ਵਿੱਚ ਤੁਸੀਂ ਸੁਣਿਆ ਸਾਧ ਸੰਗਤ ਇਸ ਤਰ੍ਹਾਂ ਦੇ ਨਾਲ ਕਿਹਾ ਤਾਂ ਭਾਈ ਸਾਹਿਬ ਨੇ ਇੰਨੀ ਕੁ ਕਿਰਪਾ ਕਰਤੀ, ਓਹੋ ਇੰਨੀ ਕੁ ਕਿਰਪਾ ਕਰਤੀ, ਜਿਹੜੀ ਧਰਤੀ ਤੇ ਤੁਰੇ ਜਾ ਰਹੇ ਸਨ ਉਹ ਸਾਰੇ ਦਾ ਸਾਰਾ ਰੇਤਾ ਵੀ ਸੋਨਾ ਬਣਾ ਕੇ ਦਿਖਾਤਾ ਸੀ। ਕੱਲ ਦੇ ਦੀਵਾਨ ਵਿੱਚ ਤੁਸੀਂ ਸਰਵਣ ਕੀਤਾ। ਅੱਜ ਹੁਣ ਸਾਧ ਸੰਗਤ ਅਸੀਂ ਪੜ ਰਹੇ ਸਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ। ਓਹੋ ਇੰਨੀ ਕਿਰਪਾ, ਹੇ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਤਾਂ ਪਰੇ ਤੋਂ ਪਰੇ ਹਨ। ਭਾਈ ਹਰੀਆ ਜੀ ਕੈਸਾ ਗੁਰਸਿੱਖ ਹੈ, ਐਸੇ ਐਸੇ ਗੁਰਸਿੱਖ ਦੁਨੀਆ ਤੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਹੀ ਨਹੀਂ ਆ ਰਿਹਾ। ਸੁਣਾਉਣ ਵਾਲੇ ਕੇਵਲ ਉਹਨਾਂ ਹੀ ਗੁਰਸਿੱਖਾਂ ਦਾ ਇਤਿਹਾਸ ਸੁਣਾਈ ਜਾ ਰਹੇ ਹਨ। ਭਾਈ ਮੰਝ ਵਰਗੇ ਮਹਾਪੁਰਸ਼ਾਂ ਦਾ, ਭਾਈ ਬੈਲੋ ਵਰਗੇ ਮਹਾਪੁਰਸ਼ਾਂ ਦਾ, ਬੁੱਧੂ ਦੇ ਆਵੇ ਕੱਚੇ ਤੇ ਪੱਕਿਆਂ ਦਾ, ਹੋਰ ਵੀ ਬੜੇ ਗੁਰਸਿੱਖ ਇਤਿਹਾਸ ਵਿੱਚ ਹੋਏ। ਭਾਈ ਹਰੀਆ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ। ਜਦੋਂ ਤੁਸੀਂ ਇਤਿਹਾਸ ਸੁਣਦੇ ਹੋ ਨਾ, ਅੰਤਰ ਧਿਆਨ ਹੋ ਜਾਇਆ ਕਰੋ। ਰਹਿਰਾ ਸਾਹਿਬ ਦਾ ਪਾਠ ਤੁਸੀਂ ਰੋਜ਼ ਕਰਦੇ ਹੋ ਜਾਂ ਸੁਣਦੇ ਹੋ? ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੀ। ਜਿਹੜੇ ਉਹ ਵਿਰਲਿਆਂ ਦੀ ਗੱਲ ਕੀਤੀ ਹੈ ਨਾ, ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ, ਇਹ ਬਿਰਲਿਆਂ ਦੇ ਵਿਚਾਰ ਅਸੀਂ ਤੁਹਾਡੇ ਨਾਲ ਕਰਨ ਲੱਗਿਆ। ਕਿਹੜੇ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੇ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੇ, ਬਿਰਲੇ ਬਿਰਲੇ ਨੇ ਸਾਰੇ ਬੋਲੋ। ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੇ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ। ਹਾਂਜੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੇ, 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 ਨਾਮ ਦੇ ਵਪਾਰੀ ਤੇਰੇ ਨਾਮ ਦੇ, ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ, ਜੀ ਨਾਮ ਦੇ ਵਪਾਰੀ, ਨਾਮ ਦੇ ਵਪਾਰੀ,
ਨਾਮ ਦੇ ਵਪਾਰੇ ਤੇਰੇ ਨਾਮ ਦੇ ਵਪਾਰੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਇਹ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੇ 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 ਐਸੇ ਸੱਜਣ ਬਿਰਲੇ ਹੁੰਦੇ ਹਨ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਰੰਪਾਰ ਕਿਰਪਾ ਹੁੰਦੀ ਹੈ। ਅੱਜ ਭਾਈ ਹਰੀਆ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਇੰਨਾ ਪਿਆਰ ਵਾਲਾ ਹੈ, ਇੰਨੀ ਪ੍ਰੀਤ ਵਾਲਾ ਹੈ। ਗੁਰੂ ਸਾਹਿਬ ਕੋਲ ਜਾਂਦਾ ਹੈ, ਨਮਸਕਾਰ ਕਰਦਾ, ਮੁੜੇ ਆਉਂਦਾ ਹੈ। ਇਹਨੂੰ ਇਉਂ ਲੱਗਦਾ ਕਿ ਮੈਂ ਤਾਂ ਅੰਤਾਂ ਦਾ ਗਰੀਬ ਹਾਂ। ਹੁਣ ਤੁਸੀਂ ਕਿੰਨੀਆਂ ਸੰਗਤਾਂ ਇੱਥੇ ਨਮਸਕਾਰ ਕਰਦੇ ਹੋ। ਸਾਰਿਆਂ ਦੇ ਨਾਮ ਮਹਾਪੁਰਸ਼ਾਂ ਨੂੰ ਪਤਾ ਤਾਂ ਨਹੀਂ ਹੁੰਦੇ। ਸਾਨੂੰ ਲੱਗਦੇ ਅਸੀਂ ਨਮਸਕਾਰ ਕਰ ਲਈ, ਜਦੋਂ ਕਿਤੇ ਢਾਲ ਇਕੱਠੀ ਕਰਨਗੇ ਪੈਸੇ ਦੇ ਦਿਆਂਗੇ, ਜ਼ਰੂਰਤ ਪਵੇਗੀ ਮਿਲ ਆਵਾਂਗੇ, ਨਹੀਂ ਅਸੀਂ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹਾਂ। ਐਵੇਂ ਉਹ ਭਾਈ ਹਰੀਆ ਅੰਤਾਂ ਦੇ ਪ੍ਰੇਮ ਵਾਲਾ ਰਹਿੰਦਾ ਆਪਣੇ ਘਰ ਦੇ ਵਿੱਚ ਹੈ, ਜਾਂਦਾ ਹੈ, ਦਰਸ਼ਨ ਦੀਦਾਰ ਕਰਦਾ ਹੈ ਅਤੇ ਘਰੇ ਆ ਜਾਂਦਾ ਹੈ। ਸਾਧ ਸੰਗਤ ਜੀ, ਇੰਨੀ ਕੁ ਗਰੀਬੀ ਉਹਦੇ ਘਰ ਦੇ ਵਿੱਚ ਆ ਗਈ। ਇੱਕੋ ਆਪ ਹੈ, ਇੱਕ ਉਹਦੀ ਘਰ ਵਾਲੀ ਬੀਬੀ, ਇੱਕ ਉਹਨਾਂ ਦੀ ਬੇਟੀ ਹੈ। ਇੰਨੀ ਕੁ ਗਰੀਬੀ ਘਰ ਦੇ ਵਿੱਚ ਆ ਗਈ। ਸੋਚਦਾ ਆਪਾਂ ਤੋਂ ਆਪ ਦੇ ਖਾਣ ਵਾਸਤੇ ਤਾਂ ਕਮਾਈ ਨਹੀਂ ਕੀਤੀ ਜਾਂਦੀ, ਦਿਹਾੜੀ ਜੋਤਾ ਕਰਦੇ ਹਾਂ, ਕਿਸੇ ਦੇ ਘਰ ਜਾ ਕੇ ਮਜ਼ਦੂਰੀ ਕਰਦੇ, ਮਿਹਨਤ ਕਰਦੇ ਹਾਂ, ਪੈਸਾ ਕਮਾਇਆ ਨਹੀਂ ਜਾਂਦਾ ਆਪ ਦੇ ਜੋਗਾ। ਆਪਾਂ ਬੇਟੀ ਨੂੰ ਕਿਸੇ ਨੂੰ ਗੋਦ ਹੀ ਨਾ ਦੇ ਦਈਏ। ਬੇਟੀ ਵਿਚਾਰੀ ਆਪਣੇ ਕਰਕੇ ਵੀ ਫੰਕਾ ਹੀ ਕੱਟਦੀ ਹੈ, ਕਿਸੇ ਨੂੰ ਗੋਦ ਦੇ ਦਿੰਦੇ ਹਾਂ। ਅੰਤਾਂ ਦੀ ਗਰੀਬੀ ਵਾਲਾ ਜੀਵਨ ਹੈ ਆਪਣਾ। ਫਿਰ ਘਰ ਵਾਲੀ ਕਹਿ ਦਿੰਦੀ, ਨਾ ਜੀ ਇਦਾਂ ਨਾ ਕਹੋ, ਇਹ ਬੇਟੀ ਆਪਣੇ ਜਿਗਰ ਦਾ ਟੁਕੜਾ ਹੈ। ਜਿਵੇਂ ਆਪਾਂ ਟਾਈਮ ਪਾਸ ਕਰਦੇ ਹਾਂ ਉਦਾਂ ਆਪਣੀ ਬੇਟੀ ਕਰ ਲਵੇਗੀ। ਸਮਾਂ ਲੰਘਦਾ ਗਿਆ, ਟਾਈਮ ਲੰਘਦਾ ਗਿਆ, ਬੇਟੀ ਵੱਡੀ ਹੋ ਗਈ। ਹੁਣ ਸੋਚਦੇ ਨੇ ਆਪਾਂ ਜਲਦੀ ਜਲਦੀ ਨਾ ਆਪਾਂ ਆਪਣੀ ਬੇਟੀ ਦਾ ਵਿਆਹ ਹੀ ਕਰ ਦਿੰਦੇ ਹਾਂ। ਜਿੱਥੇ ਵਿਚਾਰੀ ਵਿਆਹ ਕੇ ਜਾਵੇਗੀ ਉੱਥੇ ਆਪ ਦੀ ਰੱਜ ਕੇ ਰੋਟੀ ਤਾਂ ਖਾ ਲਿਆ ਕਰੇਗੀ। ਆਪਣੇ ਘਰ ਦੇ ਵਿੱਚ ਤਾਂ 3-3 4-4 ਦਿਨ ਪ੍ਰਸ਼ਾਦਾ ਹੀ ਨਹੀਂ ਪੱਕਦਾ। ਮੈਲੇ ਕਚੈਲੇ ਕੱਪੜੇ ਧੋਣ ਵਾਸਤੇ ਸਾਡੇ ਪਾਸ ਕੋਈ ਸਰਫ ਸਾਬਣ ਨਹੀਂ ਹੈਗਾ। ਨਵੇਂ ਵਸਤਰ ਲੈਣ ਵਾਸਤੇ ਸਾਡੇ ਕੋਲ ਕੁਝ ਨਹੀਂ ਹੈ। ਕਿਤਨਾ ਮੁਸ਼ਕਿਲ ਵਾਲਾ ਜੀਵਨ ਬਤੀਤ ਕਰ ਰਹੇ ਹਾਂ, ਕਿਤਨਾ ਦੁੱਖਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਇੱਕ ਸੱਜਣ ਕਹਿੰਦਾ ਹੁੰਦਾ ਹੈ, ਸਾਡਾ ਮਿੱਤਰ ਪਿਆਰਾ ਹੈ, ਕਦੇ ਕਦੇ ਆਪਣੀ ਮੌਜ ਵਿੱਚ ਆ ਕੇ ਉਹ ਪੜਦਾ ਹੁੰਦਾ ਹੈ, ਗਲ ਵਿੱਚ ਲੀਰਾਂ ਹਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਗਲ ਵਿੱਚ ਲੀਰਾਂ ਗਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਫਕੀਰਾਂ ਸੌਦੇ ਨੇ ਤਕਦੀਰਾਂ ਦੇ, ਗਲ ਵਿੱਚ ਲੀਰਾਂ ਵਾਂਗ ਫਕੀਰਾਂ ਪੌਦੇ ਨੇ ਤਕਦੀਰਾਂ ਦੇ। ਗਲ ਵਿੱਚ ਲੀਰਾਂ ਵਾਂਗ ਫਕੀਰਾਂ ਪੌਦੇ ਨੇ ਤਕਦੀਰਾਂ ਦੇ। ਲੀਰਾਂ ਗਾਲ
ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਹਾਲ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਵਾਂਗ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਵਾਂਗ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਬੀਬੀਆਂ ਹਾਜ਼ਰੀ ਲਵਾਓ ਭਾਈ ਸੌਦੇ ਨੇ ਤਕਦੀਰਾਂ ਦੇ ਨੇ ਤਕਦੀਰਾਂ ਦੇ ਸੌਦੇ 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 ਨੇ ਤਕਦੀਰਾਂ ਸੌਦੇ ਨੇ ਤਕਦੀਰਾਂ ਦੇ ਸੌਦੇ ਨੇ ਤਕਦੀਰਾਂ ਦੇ ਸੌਦੇ ਨੇ ਤਕਦੀਰਾਂ ਦੇ ਫਕੀਰਾਂ ਗਾਲ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਗਾਲ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਵਾਂਗ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਵਾਂਗ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਗਲ ਵਿੱਚ ਲੀਰਾਂ ਵਾਂਗ ਫਕੀਰਾਂ ਸੌਦੇ ਨੇ ਤਕਦੀਰਾਂ ਦੇ ਇਸ ਕਰਕੇ ਸਾਧ ਸੰਗਤ ਜੀ ਮਨ ਉਦਾਸ ਹੀ ਰਹਿੰਦਾ ਹੈ। ਉਹ ਮੇਰਿਆ ਮਨਾ ਕੈਸਾ ਸਾਡਾ ਜੀਵਨ ਹੈ। ਅਸੀਂ ਆਪਣੀ ਬੇਟੀ ਦੀ ਅੱਛੇ ਤਰੀਕੇ ਸਿਰ ਪਰਵਰਿਸ਼ ਵੀ ਨਹੀਂ ਕਰ ਰਹੇ। ਉਹ ਵੀ ਵਿਚਾਰੀ ਭਾਣੇ ਦੇ ਵਿੱਚ ਹੈ, ਆਗਿਆ ਦੇ ਵਿੱਚ, ਰਜ਼ਾ ਦੇ ਵਿੱਚ ਹੈ। ਉਹ ਕਹਿ ਦਿੰਦੀ ਹੈ ਕਿ ਪਿਤਾ ਜੀ ਕਿ ਮਾਤਾ ਜੀ ਤੁਸੀਂ ਮੈਨੂੰ ਆਪ ਦੀ ਧੀ ਨਾ ਕਿਹਾ ਕਰੋ, ਤੁਸੀਂ ਕਿਹਾ ਕਰੋ ਮੈਂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਬੇਟੀ ਹਾਂ, ਮੈਂ ਮਹਾਰਾਜ ਦੀ ਬੇਟੀ ਹਾਂ। ਜੇ ਤੁਸੀਂ ਆਪ ਦੀ ਕਹੋਗੇ ਤੁਹਾਡੇ ਮਨ ਦੇ ਵਿੱਚ ਉਦਾਸਤਾ ਆਵੇਗੀ, ਸਾਡੇ ਤੋਂ ਸਾਂਭ ਸੰਭਾਲ ਨਹੀਂ ਹੁੰਦੀ, ਅੱਛੇ ਤਰੀਕੇ ਦੀ ਪਰਵਰਿਸ਼ ਨਹੀਂ ਹੁੰਦੀ। ਇਸ ਤਰ੍ਹਾਂ ਨਾ ਕਿਹਾ ਕਰੋ। ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰ ਦੇਵਾਂਗੇ ਤਾਂ ਸਾਡੀ ਸਾਂਭ ਸੰਭਾਲ ਸੱਚੇ ਪਾਤਸ਼ਾਹ ਆਪ ਕਰਨਗੇ। ਅੰਮ੍ਰਿਤ ਛਕ ਕੇ ਸਾਡਾ ਐਡਰੈਸ ਚੇਂਜ ਹੋ ਜਾਂਦਾ ਹੈ। ਪਿਤਾ ਜੀ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਬਣ ਜਾਂਦੇ ਹਨ, ਮਾਤਾ ਜੀ ਮਾਤਾ ਸਾਹਿਬ ਕੌਰ ਬਣ ਜਾਂਦੇ ਹਨ, ਪਿੰਡ ਸਾਡਾ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਅਤੇ ਨਾਨਕੇ ਗੁਰੂ ਕੀ ਲਾਹੌਰ ਹੋ ਜਾਂਦੇ ਹਨ। ਐਵੇਂ ਕਿਵੇਂ ਸਾਧ ਸੰਗਤ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੰਦੇ ਹਾਂ ਤਾਂ ਸਾਡੀ ਪਲ ਪਲ ਦੀ ਸਾਂਭ ਸੰਭਾਲ ਦੀ ਡਿਊਟੀ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇ ਦਿੰਦੇ ਹਨ। ਐਵੇਂ ਕਿਵੇਂ ਇੱਧਰ ਬੇਟੀ ਕਹਿੰਦੀ ਤੁਸੀਂ ਕਿਰਪਾ ਕਰਕੇ ਇਹ ਕਿਹਾ ਕਰੋ ਕਿ ਮੈਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਬੇਟੀ ਹਾਂ। ਸਮਾਂ ਲੰਘਦਾ ਗਿਆ ਪਰ ਅੰਤਾਂ ਦੀ ਗਰੀਬੀ ਦਾ ਸਮਾਂ ਸਾਧ ਸੰਗਤ ਭਰੋਸਾ ਨਾ ਛੱਡਿਆ ਵਾਹਿਗੁਰੂ ਦੇ ਚਰਨਾਂ ਤੋਂ, ਪ੍ਰੀਤ ਨਾ ਛੱਡੀ ਵਾਹਿਗੁਰੂ ਦੇ ਚਰਨਾਂ ਤੋਂ। ਪ੍ਰੀਤ ਵੱਧਦੀ ਹੋਈ ਜਾਂਦੀ ਹੈ, ਪ੍ਰੇਮ ਵੱਧਦਾ ਹੀ ਜਾਂਦਾ ਹੈ। ਅਸੀਂ ਦੁੱਖਾਂ ਵਿੱਚ ਆ ਕੇ ਵਾਹਿਗੁਰੂ ਜੀ ਵਾਲਾ ਪਾਸਾ ਛੋੜਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿੰਦੇ ਮੇਰੇ ਤੇ ਤਾਂ ਦੁੱਖ ਆ ਗਏ, ਮੇਰਾ ਤਾਂ ਕੋਈ ਕੰਮ ਹੀ ਨਹੀਂ ਬਣਦਾ, ਮੇਰੇ ਤਾਂ ਸਾਰੇ ਕੰਮ ਵਿਗੜ ਗਏ, ਮੈਂ ਨਹੀਂ ਹੁਣ ਵਾਹਿਗੁਰੂ ਜੀ ਕੋਲ ਜਾਇਆ ਕਰਨਾ, ਮੇਰਾ ਕਿਹੜਾ ਕੋਈ ਕੰਮ ਸਵਰਦਾ ਕਿ ਮੈਂ ਕਿਉਂ ਜਾਵਾਂ ਗੁਰੂ ਗ੍ਰੰਥ ਸਾਹਿਬ ਕੋਲੇ, ਮੇਰੇ ਤਾਂ ਕੰਮ ਵਿਗੜ ਗਏ, ਮੈਂ ਕਿਉਂ ਜਾਵਾਂ ਸੰਤਾਂ ਕੋਲੇ। ਜਿੱਦਣ ਕੰਮ ਸਵਰ ਜਾਣਗੇ ਉਦਣ ਚਲਿਆ ਜਾਵਾਂਗਾ। ਅਸੀਂ ਇਹ ਸ਼ਰਤਾਂ ਰੱਖਦੇ ਆ, ਸ਼ਰਤਾਂ ਰੱਖਦੇ ਗਾ ਅਸੀਂ
हे ਵਾਹਿਗੁਰੂ ਤੂੰ ਮੈਨੂੰ 1 ਲੱਖ ਦਾ ਲਾਟਰੀ ਦਾ ਨੰਬਰ ਦਵਾ, ਮੈਂ ਤੈਨੂੰ 25,000 ਮੱਥਾ ਟੇਕਾਂਗਾ। ਰੱਬ ਤੋਂ ਮੰਗਦਾ 1 ਲੱਖ ਤੇ ਦਿੰਦਾ 25,000। ਵਾਹ ਤੇਰੇ ਸ਼ੇਰਾ, ਤੇਰੇ ਵਰਗੇ ਸੌਦੇ ਕਰਨ ਵਾਲੇ ਬੜੇ ਮਿਲਦੇ ਵਾਹਿਗੁਰੂ ਨੂੰ, ਬੜੇ ਮਿਲਦੇ ਹਨ ਤੇਰੇ ਵਰਗੇ। हे ਮਹਾਰਾਜ ਸਾਡੇ ਬੇਟੇ ਨੂੰ ਆਈਲੈਟਸ ਕਰਵਾ ਕੇ ਕੈਨੇਡਾ ਭੇਜ, ਅਸੀਂ 100 ਰੁਪਏ ਦੀ ਦੇਗ ਕਰਾਵਾਂਗੇ, ਤੂੰ ਡਾਲਰਾਂ 'ਚ ਖੇਡੀ। ਤੇ ਵਾਹਿਗੁਰੂ ਜੀ ਨੂੰ 100 ਰੁਪਏ ਦੀ ਦੇਗ, 100 ਦਿੰਦਾ ਦਿੰਦਾ ਵੀ ਪਾਟਿਆ ਹੋਇਆ 50 ਦਾ ਨੋਟ ਕੱਢਦਾ, 100 ਨਹੀਂ ਦਿੰਦਾ। ਤੁਸੀਂ ਜਾਣਦੇ ਨਹੀਂ ਉਹ ਇੱਕ ਸਾਖੀ ਖਜੂਰ ਦੇ ਉੱਪਰ ਚੜ ਗਿਆ। ਜਦੋਂ ਉੱਪਰ ਚੜਿਆ ਹੋਇਆ ਸੀ, ਡਰ ਗਿਆ ਨੀਚੇ ਵੱਲ ਦੇਖ ਕੇ। ਉਹ ਮਨਾ ਕਿਵੇਂ ਉਤਰਾਂਗਾ ਨੀਚੇ, ਬੜਾ ਉੱਚਾ ਚੜ ਗਿਆ। ਅਰਦਾਸ ਕਰਦਾ ਹੈ। ਤੁਹਾਨੂੰ ਪਤਾ ਹੈ ਜਦੋਂ ਬੰਦਾ ਫਸਿਆ ਹੁੰਦਾ ਨਾ, ਵੱਡੀਆਂ ਵੱਡੀਆਂ ਗੱਲਾਂ ਕਰਦਾ, ਜੋ ਕਹੋਗੇ ਉਹੀ ਕਰਾਂਗਾ। ਜਦੋਂ ਕਰਨ ਦਾ ਟਾਈਮ ਆਉਂਦਾ ਹੈ ਫਿਰ ਆਪ ਹਾਜ਼ਰ ਹੀ ਨਹੀਂ ਹੁੰਦਾ। ਸਾਧ ਸੰਗਤ ਖਜੂਰ ਤੋਂ ਉਤਰਨ ਲੱਗਿਆ, ਨੀਚੇ ਨੂੰ ਦੇਖਦਾ, ਡਰ ਗਿਆ। ਹੁਣ ਡੇਰੇ ਵਾਲੇ ਬਾਬੇ ਨੂੰ ਯਾਦ ਕਰਦਾ ਹੈ, ਐ ਬਾਬਾ ਜੀ ਕਿਰਪਾ ਕਰਕੇ ਸਹੀ ਸਲਾਮਤ ਖਜੂਰ ਤੋਂ ਨੀਚੇ ਉਤਾਰ ਲਓ, 100 ਭੂਰੀਆਂ ਤੁਹਾਡੇ ਦਰ ਤੇ ਮੱਥਾ ਟੇਕ ਕੇ ਜਾਵਾਂਗਾ। 100 ਲੋਈਆਂ, 100 ਭੂਰੀਆਂ। ਹੌਲੀ ਹੌਲੀ ਉਤਰਿਆ ਆਉਂਦਾ। ਜਦੋਂ ਵਿਚਾਲੇ ਜੇ ਆ ਗਿਆ, ਕਹਿੰਦਾ ਡੇਰੇ ਵਾਲੇ ਬਾਬਾ ਜੀ 100 ਤਾਂ ਜ਼ਿਆਦਾ ਨੇ, 100 ਬਹੁਤੀਆਂ ਜ਼ਿਆਦਾ ਨੇ, ਦਿੱਤੀਆਂ ਨਹੀਂ ਜਾਣੀਆਂ। ਅੱਧ ਵਿੱਚ ਤਾਂ ਮੈਂ ਆਪੇ ਹੀ ਆ ਗਿਆ, ਹੁਣ ਤਾਂ ਅੱਧ ਵਿੱਚ ਆ ਮਹਾਰਾਜ, ਮੈਂ ਤੁਹਾਨੂੰ 50 ਲੋਈਆਂ ਦੇ ਦਿਆਂਗਾ। ਉੱਤਰ ਆਇਆ ਥੱਲੇ, ਥੱਲੇ ਉਤਰ ਕੇ ਆ ਕੇ ਘਰ ਨੂੰ ਚਲਿਆ ਗਿਆ। ਘਰੇ ਜਾ ਕੇ ਘਰ ਵਾਲੀ ਨਾਲ ਸਲਾਹ ਕਰਦਾ, ਭਾਗਵਾਨੇ ਮੈਂ ਨਾ ਖਜੂਰ ਤੇ ਚੜ ਗਿਆ ਸੀ ਬੜਾ ਉੱਚਾ, ਮੈਂ ਤਾਂ ਡਿੱਗ ਜਾਣਾ ਸੀ, ਮਰ ਜਾਣਾ ਸੀ। ਡੇਰੇ ਵਾਲੇ ਬਾਬੇ ਨੇ ਬਚਾਇਆ ਮੈਨੂੰ। ਤਾਂ ਕਹਿੰਦੀ ਕਿਵੇਂ ਬਚਾ ਲਿਆ ਤੈਨੂੰ ਡੇਰੇ ਵਾਲੇ ਬਾਬੇ ਨੇ? ਕਹਿੰਦਾ ਮੈਂ ਸੁੱਖਿਆ ਸੀ ਕਿ ਮੈਨੂੰ ਬਚਾ ਲਓ। ਜਦੋਂ ਕਹਿਣ ਲੱਗਿਆ 25 ਲੋਈਆਂ, ਘਰ ਵਾਲੀ ਅੜਬ ਸੁਭਾਅ ਦੀ ਸੀ, ਬਹੁਤ ਜ਼ਿਆਦਾ ਡਰ ਗਿਆ। ਜਦੋਂ ਕਹਿਣ ਲੱਗਿਆ ਵੀ ਮੈਂ 25 ਲੋਈਆਂ ਸੁੱਖੀਆਂ ਹੋਈਆਂ ਨੇ, ਨੀਚੇ ਉਤਰ ਕੇ ਪਹਿਲਾਂ 100 ਕਹਿੰਦਾ ਸੀ, ਵਿਚਕਾਰ ਆ ਕੇ 50 ਤੇ ਨੀਚੇ ਉਤਰ ਕੇ 25 ਤੇ 25 ਕੀ ਦੇਵਾਂਗਾ। ਜਦੋਂ ਘਰ ਵਾਲੀ ਨੂੰ ਕਹਿਣ ਲੱਗਿਆ ਵੀ 25 ਲੋਈਆਂ ਚੜਾ ਕੇ ਆਉਣੀਆਂ ਨੇ ਡੇਰੇ, ਮੈਂ ਬਚ ਗਿਆ। ਉਹ ਸੀ ਅੜਬ ਸੁਭਾਅ ਦੀ ਬਹੁਤ ਜ਼ਿਆਦਾ। 25 ਕਹਿੰਦਾ ਮੈਂ ਨਾ 11 ਲੋਈਆਂ ਬਾਬੇ ਨੂੰ ਚੜਾ ਕੇ ਆਉਣੀਆਂ ਨੇ। ਕਹਿੰਦੀ ਸ਼ਰਮ ਨਹੀਂ ਆਉਂਦੀ ਇੰਨੀਆਂ ਲੋਈਆਂ? 11 ਲੋਈਆਂ ਬਾਬੇ ਨੇ ਕੀ ਕਰਨੀਆਂ ਨੇ? 5-7 ਕ ਬਹੁਤ ਨੇ, ਇੰਨੀਆਂ ਨਹੀਂ ਲੈ ਕੇ ਆਈ ਦੀਆਂ ਹੁੰਦੀਆਂ, ਹੋਰ ਕੋਈ ਚੜਾ ਦੂਗਾ। ਦੁਕਾਨ ਤੇ ਗਿਆ, ਸਾਧ ਸੰਗਤ ਜੀ 1 ਲੋਈ ਖਰੀਦ ਲਈ। 1 ਲੋਈ ਖਰੀਦ ਲਈ। ਖਰੀਦ ਕਰਕੇ ਜਦੋਂ ਡੇਰੇ ਪਹੁੰਚੇ, ਉੱਥੇ ਬੜੀ ਲੰਮੀ ਲਾਈਨ ਲੱਗੀ ਹੋਈ ਮੱਥਾ ਟੇਕਣ ਵਾਲਿਆਂ ਦੀ। ਲਾਈਨ ਤੋੜ ਕੇ ਅੱਗੇ ਆ ਗਿਆ। ਅੱਗੇ ਆ ਕੇ ਸੰਤਾਂ ਨੂੰ ਕਹਿੰਦਾ ਮਹਾਪੁਰਸ਼ੋ ਆ ਲੋਈ ਲੈ ਲਓ। ਉਹ ਕਹਿੰਦੇ ਲੋਈ ਕਾਦੇ ਵਾਸਤੇ ਚੱਕੀ ਫਿਰਦਾ ਤੂੰ? ਕਹਿੰਦਾ ਮਹਾਰਾਜ ਪਹਿਲਾਂ ਫੜੋ ਮੇਰੇ ਹੱਥ ਦੇ ਵਿੱਚੋਂ ਛੇਤੀ ਛੇਤੀ। ਉਹ ਕਹਿੰਦੇ ਕੋਈ ਨਹੀਂ ਤੂੰ ਦੱਸ ਤਾਂ ਸਹੀ, ਆ ਜੂਗੀ ਲੋਈ। ਕਹਿੰਦਾ ਮਹਾਰਾਜ ਮੈਂ ਖਜੂਰ ਤੇ ਚੜ ਗਿਆ ਸਾਂ, ਸੁਖੀਆਂ ਸਨ, ਤੁਹਾਡੇ ਦਰ ਤੇ 100 ਲੋਈਆਂ ਚੜਾਵਾਂਗਾ।
ਮਨ ਮੇਰਾ ਇਤਨਾ ਹਰਾਮੀ ਹੋ ਗਿਆ, ਜਦੋਂ ਮੈਂ ਅੱਧ ਤੱਕ ਪਹੁੰਚ ਗਿਆ ਮਨ ਕਹਿੰਦਾ 50 ਹੀ ਦੇ ਦੀ। ਜਦੋਂ ਨੀਚੇ ਉਤਰਿਆ ਆ ਮਨ ਕਹਿੰਦਾ ਆਪੇ ਹੀ ਉਤਰਿਆ, ਤੈਨੂੰ ਕਿਹੜਾ ਬਾਬੇ ਨੇ ਬਾਹ ਤੋਂ ਫੜ ਕੇ ਉਤਾਰਿਆ। 25 ਤੇ ਚਲਿਆ ਗਿਆ। ਜਦੋਂ ਘਰੇ ਜਾ ਕੇ ਘਰ ਵਾਲੀ ਨਾਲ ਸਲਾਹ ਕਰਨ ਲੱਗਿਆ, ਡਰ ਗਿਆ ਮੈਂ ਉਹਦੇ ਅੜਬ ਸੁਭਾਅ ਤੋਂ। ਮੈਂ ਉਹਨੂੰ 11 ਲੋਈਆਂ ਕਹਿਤੀਆਂ ਬਾਬਿਆਂ ਨੂੰ ਦੇਣੀਆਂ ਨੇ, ਉਹ ਫਿਰ ਵੀ ਮੇਰੇ ਨਾਲ ਲੜ ਪਈ, ਕਹਿੰਦੀ ਇੰਨੀਆਂ ਨਹੀਂ ਦੇਈਦੀਆਂ ਹੁੰਦੀਆਂ, 5-4 ਕੁ ਬਹੁਤ ਨੇ। ਕਹਿੰਦਾ ਜਦੋਂ ਮੈਂ ਦੁਕਾਨ ਤੇ ਗਿਆ 5 ਲੋਈਆਂ ਖਰੀਦੀਆਂ, ਬੜੀਆਂ ਮਹਿੰਗੀਆਂ, ਮੈਂ ਇੱਕੋ ਹੀ ਖਰੀਦ ਲਈ, ਬਾਕੀ ਸਾਰੀਆਂ ਛੱਡਤੀਆਂ। 1 ਲੋਈ ਲੈ ਕੇ ਮੈਂ ਲਾਈਨ ਤੋੜ ਕੇ ਅੱਗੇ ਆ ਗਿਆ। ਜੇ ਮੈਂ ਮਨ ਦੀ ਗੱਲ ਸੁਣ ਲਈ, ਮੇਰੇ ਮਨ ਨੇ ਕਹਿਣਾ 1 ਵੀ ਦੇਣ ਦੀ ਲੋੜ ਨਹੀਂ। ਕੀ ਲੋੜ ਹੈ ਬਾਬਿਆਂ ਨੂੰ 1 ਲੋਈ ਦੇਣ ਦੀ? ਮਨ ਤਾਂ ਇਤਨਾ ਵਿਗੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਮਨ ਗਧੇ ਦੀ ਨਿਆਈ ਹੈ, ਮਨ ਖੁੱਟ ਕਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰ ਕਾ ਪੈਖੜ ਤੋ ਛੁੱਟੈ ਜੋ ਉੱਪਰ ਲਾਦਾ। ਕਿਸੇ ਦਾ ਬਟੂਆ ਡਿੱਗਿਆ ਹੋਇਆ ਚੁੱਕ ਕੇ ਫੜਾਤਾ। ਇੱਕ ਦਿਨ ਬੱਚੇ ਖੇਡ ਰਹੇ ਸਨ, ਉਹਨਾਂ ਦੇ 5 ਰੁਪਏ ਡਿੱਗ ਗਏ, ਉਹਦੇ ਉੱਤੇ ਪੈਰ ਧਰ ਕੇ ਖੜ ਗਿਆ। 2-3 ਘੰਟੇ ਬੱਚੇ ਲੱਭਦੇ ਰਹੇ, ਪੈਸੇ ਨਾ ਲੱਭੇ, ਬੱਚੇ ਚਲੇ ਗਏ। ਪੈਰ ਦੇ ਥੱਲੇ ਦਬਾਇਆ ਹੋਇਆ 5 ਦਾ ਸਿੱਕਾ ਚੁੱਕ ਕੇ ਘਰ ਨੂੰ ਚਲਿਆ ਗਿਆ। ਕਦੇ ਇਹ ਮਨ ਸਾਧ ਸੰਗਤ ਜੀ ਹਜ਼ਾਰਾਂ ਰੁਪਈਆ ਵਾਪਸ ਕਰਨ ਨੂੰ ਤਿਆਰ ਹੈ, ਕਦੇ 1-1 2-2 ਪੈਸਿਆਂ ਦੇ ਉੱਤੇ ਵੀ ਗਿਰ ਜਾਂਦਾ ਹੈ। ਤੁਸੀਂ ਆਮ ਦੁਕਾਨਾਂ ਤੇ ਦੇਖਿਆ ਹੋਵੇਗਾ, ਤੁਸੀਂ 50 ਰੁਪਏ ਦਾ ਸੌਦਾ ਲੈਂਦੇ ਹੋ, ਨਾਲੇ ਤਾਂ ਦੁਕਾਨ ਵਾਲੇ ਨੇ ਤੁਹਾਨੂੰ 50 ਦਾ ਸੌਦਾ ਦੇਤਾ, ਨਾਲੇ 50 ਦਾ ਨੋਟ ਵਾਪਸ ਕਰ ਦਿੱਤਾ। ਤੁਹਾਡੇ ਵਿੱਚੋਂ ਕਿੰਨੇ ਕੁ ਪ੍ਰੇਮੀ ਨੇ ਜਿਨ੍ਹਾਂ ਨੇ ਉਹਨੂੰ ਮੋੜ ਕੇ ਕਿਹਾ ਹੋਵੇ ਨਾ ਭਾਈ, ਮੈਂ ਤਾਂ 50 ਰੁਪਏ ਦਾ ਸੌਦਾ ਲੈ ਲਿਆ, ਤੂੰ 50 ਮੈਨੂੰ ਵਾਪਸ ਵੀ ਕਰੀ ਜਾਣਾ, ਤੈਨੂੰ ਭੁਲੇਖਾ ਪੈ ਗਿਆ, ਆ 50 ਤੂੰ ਰੱਖ, ਸੌਦਾ ਮੈਂ ਲੈ ਲਿਆ 50 ਦਾ। ਨਹੀਂ ਸਾਧ ਸੰਗਤ, ਨਹੀਂ। ਇਹ ਮਨ ਦੇ ਮਗਰ ਇਤਨਾ ਜ਼ਿਆਦਾ ਲੱਗ ਜਾਂਦਾ ਹੈ। ਜਦੋਂ 50 ਰੁਪਈਆਂ ਦਾ ਸੌਦਾ ਲੈ ਲਿਆ, ਦਿੱਤੇ 50 ਹੀ ਸੀ ਦੁਕਾਨ ਵਾਲੇ ਨੂੰ, ਉਹਦੇ ਤੋਂ 50 ਦਾ ਨੋਟ ਵੀ ਲੈ ਕੇ ਘਰ ਨੂੰ ਆ ਜਾਂਦਾ ਹੈ। ਇਹ ਮਨ ਕਿਤਨਾ ਵਿਗੜਿਆ ਹੋਇਆ ਹੈ। ਇਹ ਮਨ ਕਦੇ ਖਿਆਲ ਹੀ ਨਹੀਂ ਕਰਦਾ, ਉਹ ਮਨਾ ਮੇਰਿਆ ਤੂੰ ਤਾਂ ਬੜੇ ਬੜੇ ਰਿਸ਼ੀ ਮੁਨੀ ਸਾਧੂ ਸੰਤਾਂ ਨੂੰ ਆਪ ਦੇ ਮਗਰ ਲਾ ਲੈਣਾ। ਕਈ ਵਾਰੀ ਤੂੰ ਐਸਾ ਪਾਪ ਕਰਮ ਕਰ ਜਾਂਦਾ ਹੈ, ਵੱਡੇ ਵੱਡੇ ਧਰਮੀਆਂ ਨੂੰ ਡੁਲਾ ਦਿੰਦਾ ਹੈ। ਮਨ ਕੇ ਮਤੇ ਨਾ ਚਾਲੀਐ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਇਹ ਮਨ ਮਹਾਪੁਰਖ ਕਹਿੰਦੇ ਹੁੰਦੇ ਨੇ, ਮਨਾ ਖੋਟਿਆ ਵਿਸਾ ਨਹੀਂ ਓ ਤੇਰਾ, ਕੌਡੀਆਂ ਤੇ ਫਿਰਦਾ ਡੋਲਦਾ। ਮਨਾ ਖੋਟਿਆ ਵਿਸਾ ਨਹੀਂ ਓ ਤੇਰਾ, ਕੌਡੀਆਂ ਤੇ ਫਿਰਦਾ ਡੋਲਦਾ। ਮਨਾ ਖੋਟਿਆ ਵਿਸਾ ਨਹੀਂ ਓ ਤੇਰਾ, ਕੋਡੀਆਂ ਤੇ ਫਿਰੇ ਡੋਲਦਾ। ਮਨ ਖੋਟਿਆ ਵਿਸਾ ਨਹੀਂ ਓ ਤੇਰਾ, ਕੌਡੀਆਂ ਤੇ ਫਿਰੇ ਡੋਲਦਾ। ਤੇਰਾ ਕੌਡੀਆਂ ਤੇ ਫਿਰੇ ਡੋਲਦਾ। ਮਨ ਖੋਟਿਆ ਵਿਸਾ ਨਹੀਂ ਓ ਤੇਰਾ, ਕੌਡੀਆਂ ਤੇ ਫਿਰੇ ਡੋਲਦਾ। ਖੋਟਿਆ ਵਿਸਾ ਨਹੀਂ ਓ, ਮਨਾ ਖੋਟਿਆ ਵਿਸਾ ਨਹੀਂ ਓ, ਕੌਡੀਆਂ ਤੇ ਫਿਰਦਾ ਡੋਲਦਾ। ਖੋਟਿਆ ਵਿਸਾ ਨਹੀਂ ਓ ਤੇਰਾ, ਕੌਡੀਆਂ ਤੇ ਫਿਰਦਾ ਡੋਲਦਾ। ਓ ਮਨਾ ਖੋਟਿਆ ਵਿਸਾ ਨਹੀਂ ਓ ਤੇਰਾ,
ਕੌਡੀਆਂ ਤੇ ਫਿਰੇ ਡੋਲਦਾ ਮਨਾ ਖੋਟੇ ਆਪ ਸਾਨਿਓ ਕੌਡੀਆਂ ਤੇ ਫਿਰੇ ਡੋਲਦਾ ਖੋਟੇ ਆਪ ਸਾਨਿਓ ਮਨਾ ਖੋਟੇ ਆਪ ਸਾਨਿਓ ਤੇਰਾ ਕੌਡੀਆਂ ਤੇ ਫਿਰੇ ਡੋਲਦਾ ਮੇਰੇ ਪਿਆਰੇ ਕੌਡੀਆਂ ਤੇ ਫਿਰਦਾ ਡੋਲਦਾ ਮੇਰੇ ਪਿਆਰੇ ਕੌਡੀਆਂ ਤੇ ਫਿਰਦਾ ਡੋਲਦਾ ਮੇਰੇ ਪਿਆਰੇ ਕੌਡੀਆਂ ਤੇ ਫਿਰੇ ਡੋਲਦਾ ਪਿਆਰਿਆ ਕੌਡੀਆਂ ਤੇ ਫਿਰੇ ਡੋਲਦਾ ਪਿਆਰੇ ਜੇ ਕੌਡੀਆਂ ਤੇ ਖੋਟਿਆ ਵਿਸਾ ਨਹੀਂ ਓ ਤੇਰਾ ਨਾ ਖੋਟਿਆ ਵਿਸਾ ਨਹੀਂ ਓ ਤੇਰਾ ਮਨਾ ਖੋਟੇ ਆਪ ਸਾਨਿਓ ਓ ਮਨਾ ਖੋਟੇ ਆਪ ਸਾਨਿਓ ਤੇਰਾ ਮਨਾ ਖੋਟੇ ਆਪ ਸਾਨਿਓ ਤੇਰਾ ਖੋਟਿਆ ਵਿਸਾ ਨਹੀਂ ਓ ਕੌਡੀਆਂ ਤੇ ਫਿਰਦੇ ਡੋਲਦਾ ਮਨਾ ਖੋਟਿਆ ਵਿਸਾ ਨਹੀਂ ਓ ਤੇਰਾ ਕੌਡੀਆਂ ਤੇ ਫਿਰਦੇ ਡੋਲਦਾ ਓ ਮਨਾ ਖੋਟੇ ਆਪ ਸਾਨਿਓ ਤੇਰਾ ਕੌਡੀਆਂ ਤੇ ਫਿਰੇ ਡੋਲਦਾ ਮਨਾ ਖੋਟੇ ਆਪ ਸਾਨਿਓ ਜੇ ਕੌਡੀਆਂ ਤੇ ਫਿਰੇ ਡੋਲਦਾ ਤੇਰਾ ਕੌਡੀਆਂ ਤੇ ਇਸ ਕਰਕੇ ਇਹ ਸਾਡਾ ਮਨ ਕਦੇ ਕਦੇ ਤਾਂ ਬਹੁਤ ਜ਼ਿਆਦਾ ਬੈਰਾਗ ਵਿੱਚ ਆ ਜਾਂਦਾ ਹੈ ਕਦੇ ਕਦੇ ਸਾਧ ਸੰਗਤ ਜੀ ਹੰਕਾਰ ਵਿੱਚ ਆ ਜਾਂਦਾ ਹੈ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਵੇ ਅਸੀਂ ਵਾਹਿਗੁਰੂ ਜੀ ਦੇ ਨਾਲ ਬੜਾ ਲੜਦੇ ਹਾਂ ਬੜਾ ਗੁੱਸੇ ਵੀ ਹੁੰਦੇ ਹਾਂ ਪਰ ਇਹ ਜੋ ਗੁਰਮੁਖ ਪਿਆਰੇ ਹੁੰਦੇ ਹਨ ਨਾ ਵਾਹਿਗੁਰੂ ਤੇ ਪੂਰਨ ਅਕੀਦਾ ਕਰਨ ਵਾਲੇ ਇਹ ਵਾਹਿਗੁਰੂ ਜੀ ਨੂੰ ਉਲਾਂਭੇ ਨਹੀਂ ਦਿਆ ਕਰਦੇ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਨ ਉਹਦੀ ਆਗਿਆ ਦੇ ਵਿੱਚ ਰਹਿੰਦੇ ਹਨ ਹੁਣੇ ਭਾਈ इतनी ज्यादा कृपा इतनी ज्यादा बख्शिश इतनी ज्यादा रहमत परमेश्वर दे नाल जुड़िया होया है अंतां दी गरीबी है पर वाहिगुरु नूं कदे उलांभा नहीं दिंदा समा लंघदा गया अज इहदे मन दे विच ख्याल आया मैं जाके गुरु अंगद देव जी नूं कहां कि हे सच्चे पातशाह मैं तेरा की माड़ा कीता है किरपा करके जां तां मैनूं मौत दे दिओ जां मेरी गरीबी कट दिओ महाराज अंतां दी गरीबी वाला जीवन है मेरा मेरे तो ऐसा जीवन नहीं बतीत किया जाता किरपा करो महाराज जां मैनूं मौत दे दिओ जां मेरी गरीबी कट दिओ ਜਦੋਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਮਨ ਦੇ ਵਿੱਚ ਸਤਿਗੁਰਾਂ ਦੇ ਵੱਲ ਨੂੰ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਕੌਣ ਇਹ ਬੇਨਤੀ ਕਰ ਸਕਦਾ ਹੈ ਕੌਣ ਇਹ ਗੱਲ ਕਹਿ ਸਕਦਾ ਹੈ ਸਾਧ ਸੰਗਤ ਕੋਈ ਕਹਿ ਹੀ ਨਹੀਂ ਸਕਦਾ ਨਾ ਕਿ ਸਤਿਗੁਰੂ ਜੀ ਮੈਨੂੰ ਮੌਤ ਦੇ ਦਿਓ ਸਾਧ ਸੰਗਤ ਜੀ ਕੀ ਕੀਤਾ ਜਾਵੇ ਉੱਥੇ ਗਿਆ गुप्त रूप दे विच बेनती करके आ गया मन दे संकल्प मन दे विच ही सन
ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ ਇੱਕ ਸੇਠ ਇੱਕ ਸ਼ਾਹੂਕਾਰ ਪਹੁੰਚ ਗਿਆ। ਜਦੋਂ ਇਹ ਸ਼ਾਹੂਕਾਰ ਆਇਆ, ਇਹਦੇ ਪਾਸ ਬਹੁਤ ਸਾਰਾ ਧਨ ਪਦਾਰਥ ਹੈ। ਇਹ ਧਨ ਪਦਾਰਥ ਸਤਿਗੁਰਾਂ ਨੂੰ ਨਮਸਕਾਰ ਕਰਨ ਵਾਸਤੇ ਪਹੁੰਚਿਆ। ਇਹ ਤਾਂ ਬੰਦ ਆ। ਜਦੋਂ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸ਼ਾਹੂਕਾਰ ਨੇ ਆ ਕੇ ਬਹੁਤ ਸਾਰਾ ਧਨ ਪਦਾਰਥ, ਅਸੀਂ ਕੱਲ ਵੀ ਦਸਵੰਧ ਤੇ ਬੋਲ ਰਹੇ ਸਾਂ ਕਿ ਦਸਵੰਧ ਦੇਣਾ ਕਿਉਂ ਜ਼ਰੂਰੀ ਹੈ। ਦਸਵੰਧ ਦੀ ਕਾਰ ਭੇਟਾ ਹਰੇਕ ਗੁਰਸਿੱਖ ਨੇ ਸਤਿਗੁਰਾਂ ਨੂੰ ਅਰਪਣ ਕਰਨੀ ਹੈ। ਕਿਉਂ? ਇਹਦਾ ਕਾਰਨ ਕੀ ਹੈ? ਅਸੀਂ ਬਹੁਤ ਜ਼ਿਆਦਾ ਵਿਸਥਾਰ ਦੇ ਨਾਲ ਕੱਲ ਤੁਹਾਨੂੰ ਦੱਸਿਆ ਸੀ। ਦਸਵੰਧ ਕਿੱਥੇ ਕਿੱਥੇ ਵਰਤਿਆ ਜਾ ਸਕਦਾ ਹੈ, ਕਿਉਂ ਵਰਤਣਾ ਚਾਹੀਦਾ ਹੈ, ਬਹੁਤ ਵਿਸਥਾਰ ਦੇ ਨਾਲ ਅਸੀਂ ਤੁਹਾਨੂੰ ਦੱਸਿਆ ਸੀ। ਇਵੇਂ ਕਿਵੇਂ ਅੱਜ ਉਹ ਸਮਾਂ ਬਣਿਆ ਜਿਸ ਸਮੇਂ ਦੇ ਵਿੱਚ ਸਾਧ ਸੰਗਤ, ਜਿਸ ਸਮੇਂ ਦੇ ਵਿੱਚ ਉਹ ਪਰਿਵਾਰਾਂ ਦੀ ਗਰੀਬੀ ਦੇ ਵਿੱਚ ਬਤੀਤ ਕਰ ਰਿਹਾ ਹੈ ਆਪਣਾ ਸਮਾਂ ਲੰਘਿਆ। ਇਹ ਤਾਂ ਮਨ ਦੀਆਂ ਬੇਨਤੀਆਂ ਮਨ ਵਿੱਚ ਰੱਖ ਕੇ ਵਾਪਸ ਮੁੜ ਆਇਆ। ਜਦੋਂ ਇਹ ਅਮੀਰ ਆਦਮੀ ਜਿਹਦੇ ਪਾਸ ਅਕਾਲ ਪੁਰਖ ਨੇ ਮਾਇਆ ਦੇ ਬੜੇ ਤਕੜੇ ਅੰਬਾਰ ਲਗਾਏ ਹੋਏ ਸਨ, ਅੱਛਾ ਵੈਲ ਸੈਟਡ, ਧਨ ਪਦਾਰਥ ਅਤਿਅੰਤ, ਕਾਰੋਬਾਰ ਬਿਜ਼ਨਸ ਅਤਿਅੰਤ, ਗੁਰੂ ਕੇ ਲੰਗਰਾਂ ਦੇ ਵਾਸਤੇ ਮਾਇਆ ਲੈ ਕੇ ਆਇਆ। ਸਤਿਗੁਰੂ ਕਹਿੰਦੇ ਚੱਕ ਲੈ ਮਾਇਆ ਆਪਦੀ, ਇਹ ਧਨ ਪਦਾਰਥ ਚੁੱਕ ਲੈ ਤੂੰ ਇੱਥੋਂ, ਇੱਥੇ ਇਸ ਧਨ ਪਦਾਰਥ ਦੀ ਜ਼ਰੂਰਤ ਨਹੀਂ ਹੈ। ਇਹ ਬੇਨਤੀ ਕਰਦਾ ਮਹਾਰਾਜ, ਮੈਂ ਤਾਂ ਤੁਹਾਡੇ ਵਾਸਤੇ ਲੈ ਕੇ ਆਇਆ ਸਾਂ, ਤੁਸੀਂ ਮੇਰਾ ਧਨ ਪਦਾਰਥ ਪ੍ਰਵਾਨ ਕਿਉਂ ਨਹੀਂ ਕਰ ਰਹੇ? ਕਿਰਪਾ ਕਰੋ ਮਹਾਰਾਜ, ਹੁਕਮ ਕਰੋ, ਆਗਿਆ ਦਿਓ, ਮੇਰਾ ਧਨ ਪਦਾਰਥ ਤੁਹਾਨੂੰ ਪ੍ਰਵਾਨ ਕਿਉਂ ਨਹੀਂ ਹੈ? ਸਤਿਗੁਰੂ ਕਹਿਣ ਲੱਗੇ, ਇਹ ਧਨ ਪਦਾਰਥ ਦੀ ਇੱਥੇ ਜ਼ਰੂਰਤ ਨਹੀਂ, ਇਸ ਧਨ ਪਦਾਰਥ ਦੀ ਜ਼ਰੂਰਤ ਸਾਡੇ ਪਰਮ ਪਿਆਰੇ ਸਿੱਖ ਭਾਈ ਹਰੀਏ ਨੂੰ ਹੈ। ਇਹ ਧਨ ਪਦਾਰਥ ਤੂੰ ਅਮਕੇ ਪਿੰਡ ਲੈ ਜਾ, ਉੱਥੇ ਸਾਡਾ ਅੰਤਾਂ ਦੇ ਪ੍ਰੇਮ ਵਾਲਾ ਭਾਈ ਹਰੀਆ ਸਿੱਖ ਰਹਿੰਦਾ ਹੈ। ਇਹ ਸਾਰੇ ਦਾ ਸਾਰਾ ਧਨ ਪਦਾਰਥ, ਇਹ ਜੋ ਲੰਗਰਾਂ ਦੇ ਵਾਸਤੇ ਰਸਦਾਂ ਲੈ ਕੇ ਆਇਆ ਹੈ, ਉਹਨੂੰ ਪਹੁੰਚਦੀਆਂ ਕਰ। ਅਸਲੀ ਗੁਰਸਿੱਖ ਉਸ ਨੂੰ ਮੰਨਿਆ ਜਾਏਗਾ ਜਿਹੜਾ ਰਜ਼ਾ ਦੇ ਵਿੱਚ ਰਾਜੀ ਰਹਿੰਦਾ ਹੈ, ਹੁਕਮ ਦੇ ਵਿੱਚ ਚੱਲਦਾ ਹੈ, ਜਿਹੜਾ ਮਨ ਮਰਜ਼ੀ ਕਰਦਾ ਹੈ, ਆਪਣੀ ਮਤ ਨੂੰ ਸ੍ਰੇਸ਼ਟ ਰੱਖਦਾ ਹੈ, ਉਸ ਨੂੰ ਗੁਰਮੁਖ ਨਹੀਂ ਕਿਹਾ ਜਾ ਸਕਦਾ, ਉਹ ਮਨਮੁਖ ਹੈ। ਆਪਦੇ ਮਨ ਦੇ ਮਗਰ ਲੱਗਦਾ ਹੈ, ਮਨ ਦੀ ਮਰਜ਼ੀ ਕਰਦਾ ਹੈ, ਔਰ ਸਾਧ ਸੰਗਤ ਗੁਰੂ ਦੀ ਆਗਿਆ ਦੇ ਖਿਲਾਫ ਚੱਲਦਾ ਹੈ, ਉਹ ਮਨਮੁਖ ਕਹਾਉਂਦਾ ਹੈ। ਕਿਰਪਾ ਹੋਈ ਇਸ ਦੇ ਉੱਤੇ, ਸਾਰੇ ਦੀ ਸਾਰੀਆਂ ਵਸਤੂਆਂ ਉਠਾਈਆਂ, ਉਸ ਗੁਰਮੁਖ ਪਿਆਰੇ ਦੇ ਘਰ ਚਲਿਆ ਗਿਆ। ਘਰ ਪੁੱਛਿਆ, ਭਾਈ ਹਰੀਏ ਦਾ ਘਰ ਕਿਹੜਾ ਹੈ? ਜਦੋਂ ਘਰੇ ਗਿਆ, ਜਾ ਕੇ ਕਹਿੰਦਾ, ਐ ਭਾਈ ਸਾਹਿਬ, ਮੈਨੂੰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਤੇਰੇ ਕੋਲ ਭੇਜਣਾ ਕੀਤਾ ਹੈ। ਕੀ ਤੇਰੇ ਘਰ ਲੰਗਰ ਪ੍ਰਸ਼ਾਦੇ ਦੀ ਕੋਈ ਘਾਟ, ਕੋਈ ਕਮੀ ਹੈ? ਕਹਿੰਦਾ ਹੈ, ਕਮੀ ਤਾਂ ਹੈ, ਪਰ ਉਹਨਾਂ ਨੇ ਮੈਨੂੰ ਸੰਤੋਖ, ਕੰਟੈਂਟਮੈਂਟ ਬਹੁਤ ਬਖਸ਼ਿਆ ਹੈ। ਸੰਤੋਖ ਮੈਨੂੰ ਬਖਸ਼ਿਆ, ਮੈਂ ਕਦੇ ਕਿਸੇ ਦੇ ਦਰ ਤੋਂ ਜਾ ਕੇ ਮੰਗਿਆ ਨਹੀਂ। ਚਾਹੇ ਮੇਰੀ ਅਵਸਥਾ ਅੰਤਾਂ ਦੀ ਗਰੀਬੀ ਵਾਲੀ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਵਿੰਨਾ, ਮਿੱਤਰ ਨਾ ਇਠ ਤਨ ਰੂਪ ਕੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨ। ਅਵਸਥਾ ਤਾਂ ਮੇਰੀ ਐਸੀ ਹੈ, ਵਾਹਿਗੁਰੂ, ਮੇਰੇ ਪਾਸ ਨਹੀਂ ਹੈ ਕੁਝ,
ਛਕਣ ਵਾਸਤੇ ਮੇਰੇ ਕੋਲ ਨਹੀਂ, ਵਰਤਣ ਵਾਸਤੇ ਮੇਰੇ ਕੋਲ ਨਹੀਂ। ਬਸ ਕੇਵਲ ਹਿਰਦੇ ਵਿੱਚ ਨਾਮ ਹੀ ਹੈ। ਮੇਰਾ ਹਾਲ ਆ ਹੈ, ਵਸਤਾ ਟੁੱਟੀ ਚੌਂਪੜੀ, ਤੀਰ ਸਭ ਜਿੰਨਾ ਜਾਤ ਨਾ ਪਾਤ ਨਾ ਆਦਰੋ, ਨਾ ਪਾਤ ਨਾ ਆਦਰੋ, ਨੋ ਧਿਆਨ ਪਰ ਮਿੰਨਾ, ਮਿੱਤਰ ਨਾਠ ਤਨ ਰੂਪ ਹੇੜਾ। ਰੂਪ ਹੇੜਾ, ਕਿਛ ਸਾਕ ਨਸ਼ਨਾ, ਰਾਜਾ ਸਗਲੇ ਸ੍ਰਿਸ਼ਟ ਕਾ। ਸਗਲੇ ਸ੍ਰਿਸ਼ਟ ਕਾ, ਹਰ ਨਾਮ ਮਨ ਪਿਨਾ, ਤੋੜ ਮਨ ਉਤਰ ਹੈ। ਪ੍ਰਭ ਹੋਇ ਸੋ ਪ੍ਰਸੰਨਾ, ਰੇ ਤੋ ਪੜੇ। ਮੇਰੇ ਵਸਤਰਾਂ ਦਾ ਹਾਲ ਤੂੰ ਦੇਖ ਲੈ, ਮੇਰੇ ਘਰ ਦੀ ਗਰੀਬੀ ਦਾ ਹਾਲ ਤੂੰ ਦੇਖ ਲੈ। ਐ ਸ਼ਾਹੂਕਾਰਾ, ਤੈਨੂੰ ਸਤਿਗੁਰਾਂ ਨੇ ਮੇਰੇ ਕੋਲ ਭੇਜਿਆ ਕਿ ਮੇਰੇ ਵਰਗਾ ਗਰੀਬ ਸਤਿਗੁਰਾਂ ਦੀ ਲਿਸਟ ਵਿੱਚ ਹੈ। ਮੈਨੂੰ ਵੀ ਸਤਿਗੁਰਾਂ ਨੇ ਹਾਈਲਾਈਟ ਕੀਤਾ ਕਿ ਮੈਂ ਉਹਨਾਂ ਦੀ ਲਾਈਨ ਵਿੱਚ, ਉਹਨਾਂ ਦੀ ਲਿਸਟ ਵਿੱਚ ਹਾਂ। ਕਹਿੰਦੇ ਹਾਂ ਭਾਈ, ਆ ਮੈਂ ਗੁਰੂ ਕੇ ਲੰਗਰਾਂ ਵਾਸਤੇ ਰਸਦਾਂ ਲੈ ਕੇ ਗਿਆ ਸਾਂ। ਸਤਿਗੁਰੂ ਕਹਿੰਦੇ ਇੱਥੇ ਤਾਂ ਭੰਡਾਰੇ ਭਰੇ ਪਏ ਨੇ, ਤਿੱਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇੱਥੇ ਕੋਈ ਘਾਟ ਨਹੀਂ ਹੈ, ਇੱਥੇ ਭੰਡਾਰੇ ਭਰੇ ਪਏ ਨੇ। ਸਾਡੇ ਉਸ ਗੁਰਸਿੱਖ ਨੂੰ ਜਾ ਕੇ ਦੇ ਕੇ ਆ ਦੇਖ, ਮੈਂ ਗੱਡੇ ਲੱਦ ਕੇ ਲੈ ਕੇ ਆਇਆ ਪਦਾਰਥਾਂ ਦੇ। ਆ ਸਾਰੇ ਦੇ ਸਾਰੇ ਗੱਡੇ ਤੇਰੇ ਵਾਸਤੇ ਹਨ। ਘਰੇ ਜਦੋਂ ਅਨਾਜ ਉਤਾਰਿਆ ਗਿਆ, ਜਲ ਪਾਨ ਤਿਆਰ ਕੀਤਾ ਗਿਆ ਇਸ ਸ਼ਾਹੂਕਾਰ ਦੇ ਵਾਸਤੇ। ਨਾਲੇ ਸ਼ਾਹੂਕਾਰ ਛਕਦਾ ਹੈ, ਨਾਲੇ ਉਹਦੀ ਜੀਵਨ ਲੀਲਾ ਸੁਣਦਾ ਹੈ ਕਿ ਮੈਂ ਬਚਪਨ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਭਰੋਸਾ ਕੀਤਾ ਹੋਇਆ ਹੈ। ਅੰਤਾਂ ਦੀ ਗਰੀਬੀ ਹੈ, ਕਰਮ ਕੋਈ ਮੇਰਾ ਮਾੜਾ ਕੀਤਾ ਹੋਵੇਗਾ ਪਿਛਲੇ ਜਨਮਾਂ ਦਾ, ਕੀਤੇ ਖੱਪ ਟੁੱਟ ਹੈ ਬੇਕਾਰ। ਕਿਤਨੇ ਲੋਕ ਅਸੀਂ ਦੇਖਦੇ ਹਾਂ ਮਰ ਮਰ ਕੇ ਮਿਹਨਤ ਕਰਦੇ ਹਨ, ਪਰ ਉਹਨਾਂ ਦੇ ਕਰਮ ਐਸੇ ਕਿ ਬਰਕਤ ਨਹੀਂ ਪੈਂਦੀ। ਕਈ ਅਮੀਰ ਲੋਕ ਐਸੇ ਹਨ, ਉਹਨਾਂ ਦੇ ਫੋਨ ਤੇ ਹੀ ਕੰਮ ਹੋਈ ਜਾਂਦੇ ਹਨ। ਲੱਖ ਕਰੋੜ ਇਹਦੇ ਅਕਾਊਂਟ ਚੋਂ ਇਹਦੇ ਚ ਪਾ ਦੇ, ਲੱਖਾਂ ਕਰੋੜਾਂ ਇਹਦੇ ਅਕਾਊਂਟ ਚੋਂ ਇਹਦੇ ਵਿੱਚ ਪਾ ਦੇ। ਇੱਕ ਜਿਹੜੇ ਦਿਨ ਰਾਤ ਧੁੱਪ ਵਿੱਚ ਮਰਦੇ ਕੰਮ ਕਰਦੇ ਹਨ,
ਉਹਨਾਂ ਦੇ ਕੋਲ ਗੁਜ਼ਾਰੇ ਜੋਗਾ ਵੀ ਪੈਸਾ ਨਹੀਂ ਹੁੰਦਾ। ਕਰਮਾਂ ਤੋਂ ਬਿਨਾਂ ਨਹੀਂ ਇਹ ਗੱਲ ਬਣਦੀ। ਕਈ ਲੋਕਾਂ ਨੇ ਅੰਤਾਂ ਦੀ ਮਿਹਨਤ ਮੁਸ਼ੱਕਤ ਪਿਛਲੇ ਜਨਮਾਂ ਵਿੱਚ ਕੀਤੀ ਹੁੰਦੀ ਹੈ। ਤੁਸੀਂ ਸੁਣਦੇ ਹੋ ਨਾ ਬਜ਼ੁਰਗ ਮਹਾਪੁਰਸ਼ਾਂ ਤੋਂ, ਤਪੋਂ ਰਾਜ, ਤਪ ਕਰਕੇ ਰਾਜ ਮਿਲਦਾ ਹੈ। ਜਿਹਨੇ ਰਾਜ ਭਾਗ ਦੇ ਵਿੱਚ ਧਨ ਪਦਾਰਥ ਵਿੱਚ ਰਹਿ ਕੇ ਭਗਤੀ ਕਰ ਲਈ, ਸਾਧੂਆਂ ਦੀ ਸੰਗਤ ਕਰ ਲਈ, ਵੱਡੇ ਸੰਤ ਮਹਾਰਾਜ ਜੀ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਐਸੀਆਂ ਰੱਬ ਰੰਗੀਆਂ ਰੂਹਾਂ ਦਾ ਦੀਦਾਰ ਕਰ ਲਿਆ, ਸੰਗਤ ਕਰ ਲਈ, ਮਹਾਰਾਜ ਨੇ ਪੁਸਤਾਂ ਤੱਕ ਦੀ ਗਰੀਬੀ ਚੱਕ ਦਿੱਤੀ, ਪੁਸਤਾਂ ਤੱਕ ਦੇ ਨਰਕ ਚੱਕ ਦਿੱਤੇ ਉਹਨਾਂ ਦੇ। ਹੁਣ ਉਹਨਾਂ ਦੇ ਪੁੱਤ ਪੋਤੇ, ਪੜ ਪੋਤੇ, ਉਹਨਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਕੇਵਲ ਸੰਤ ਮਹਾਰਾਜ ਦਾ ਜਸ ਕਰਨ ਦੀ ਉਹ ਜ਼ਰੂਰਤ ਹੈ। ਉੱਥੇ ਵੀ ਟੋਟ ਨਾ ਆਵੇ, ਵੱਧ ਦੋ ਜਾਈ ਵਾਲੀ ਗੱਲ ਹੈ। ਜਿੱਥੇ ਸੰਤ ਮਹਾਰਾਜ ਦੇ ਚਰਨ ਪੈ ਗਏ, ਖੜੀਆਂ ਫੈਕਟਰੀਆਂ ਚਲਾ ਦਿੱਤੀਆਂ, ਕਾਰਖਾਨੇ ਚਲਾ ਦਿੱਤੇ। ਜਿਨ੍ਹਾਂ ਨੂੰ ਕੋਈ ਦੁਨੀਆ ਦੇ ਉੱਤੇ ਜਾਣਦਾ ਪਹਿਚਾਣਦਾ ਨਹੀਂ ਸੀ, ਉਹਨਾਂ ਦੇ ਦੁਨੀਆ ਦੇ ਉੱਤੇ ਨਾਮ ਚੱਲਦੇ ਨੇ ਅੱਜ। ਸਾਧ ਸੰਗਤ ਮੰਨੇ ਕੋਈ ਨਾ ਮੰਨੇ, ਉਹ ਆਪੋ ਆਪਣੀ ਮਰਜ਼ੀ ਹੈ, ਪਰ ਸਾਧੂ ਸੰਤ ਕੇਵਲ ਪਰਉਪਕਾਰ ਕਰਨ ਵਾਸਤੇ ਆਉਂਦੇ ਹਨ। ਪਹਿਲਾਂ ਵੀ ਕਰਦੇ ਰਹੇ, ਹੁਣ ਵੀ ਕਰ ਰਹੇ ਨੇ। ਚਾਹੇ ਵਿਰੋਧ ਕਰਨ ਵਾਲੇ ਜਿੰਨਾ ਮਰਜ਼ੀ ਕਰੀ ਜਾਣ, ਜਿਹੜਾ ਏਮ ਆਫ ਲਾਈਫ ਮੀਟ ਟੂ ਗੋਡ, ਪਰਮੇਸ਼ਰ ਦੀ ਭਗਤੀ ਕਰਨੀ ਤੇ ਕਰਾਉਣੀ, ਜਿਹਨੇ ਇਹ ਏਮ ਰੱਖ ਕੇ ਆਪਣਾ ਜੀਵਨ ਤੋਰਿਆ ਹੈ ਨਾ, ਨਿੰਦਕ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ, ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਉਹਨਾਂ ਦੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਪਰਮੇਸ਼ਰ ਹਰ ਪਲ ਹਰਦਮ ਉਹਨਾਂ ਦੇ ਨਾਲ ਰਹਿੰਦੇ ਹਨ। ਹੁਣ ਇਹਨੇ ਬੜਾ ਜਸ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ। ਅਸੀਂ ਤਾਂ ਜੀ ਅੰਤਾਂ ਦੀ ਗਰੀਬੀ ਵਿੱਚ ਹਾਂ, ਮੇਰਾ ਕੋਈ ਕਰਮ ਹੈ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ, ਜੋ ਮੈਨੂੰ ਅੰਤਾਂ ਦੇ ਗਰੀਬ ਬੰਦੇ ਨੂੰ ਵੀ ਉਹਨਾਂ ਨੇ ਆਪ ਦੀ ਹਿਸਟਰੀ ਵਿੱਚ, ਆਪਣੀ ਨੌਲੇਜ ਦੇ ਵਿੱਚ ਰੱਖਿਆ ਹੋਇਆ ਹੈ। ਉਹਦਾ ਮਨ ਕੀਤਾ ਸ਼ਾਹੂਕਾਰ ਦਾ, ਕਿਉਂ ਨਾ ਇਹਨਾਂ ਦੇ ਉੱਤੇ ਹੋਰ ਪਰਉਪਕਾਰ ਕੀਤਾ ਜਾਵੇ, ਇਹਨਾਂ ਦੇ ਦੁੱਖ ਕੱਟਣ ਵਾਸਤੇ ਕੋਈ ਕੰਮ ਦੇ ਦਈਏ, ਕੋਈ ਹੋਰ ਪਰਉਪਕਾਰ ਕੀਤਾ ਜਾਵੇ ਇਹਨਾਂ ਦੇ ਉੱਤੇ। ਸੋਚਦਾ ਸੋਚਦਾ ਕਹਿੰਦਾ ਵੀ ਹੁਣ ਮੈਂ ਜਾਣਾ, ਦੁਬਾਰਾ ਮਿਲਾਂਗਾ ਤੁਹਾਨੂੰ। ਮੈਨੂੰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭੇਜਿਆ ਸੀ, ਮੈਂ ਆਪਣਾ ਕੰਮ ਕਰ ਦਿੱਤਾ, ਹੁਣ ਮੈਂ ਉਹਨਾਂ ਦੇ ਚਰਨਾਂ ਵਿੱਚ ਵਾਪਸ ਜਾ ਰਿਹਾ ਹਾਂ। ਉਹਨੂੰ ਬਾਹਰ ਤੱਕ ਛੋੜ ਦਿੱਤਾ। ਜਦੋਂ ਬਾਹਰ ਨਿਕਲ ਗਿਆ, ਗੇਟ ਦਰਵਾਜ਼ਾ ਬੰਦ ਕਰ ਦਿੱਤਾ, ਘਰੇ ਆਏ, ਸਤਿਗੁਰਾਂ ਦਾ ਸ਼ੁਕਰਗੁਜ਼ਾਰ ਕਰ ਰਹੇ ਹਨ। ਹੇ ਸੱਚੇ ਪਾਤਸ਼ਾਹ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ। ਜਾ ਕੀ ਚੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਕੀ ਬੇਨਤੀ ਕਰਦਾ, ਗਰੀਬ ਗੁਰਸਿੱਖ ਕੀ ਬੇਨਤੀ ਕਰਦਾ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ ਬਈ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ, ਤੇਰਾ ਲੱਖ ਲੱਖ ਖੁਸਰ ਮਨਾਵਾਂ, ਗਰੀਬਾਂ ਨੂੰ ਲੱਖ ਲੱਖ ਸ਼ੁਕਰ ਨਿਵਾਵਾਂ, ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰਾ, ਗਰੀਬਾਂ ਨੂੰ ਨਿਵਾਜਣ ਵਾਲਿਆ, ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ, ਇਹ ਗਰੀਬਾਂ
ਨਿਵਾਜਣ ਵਾਲਿਆ ਗਰੀਬਾਂ ਨੂੰ ਜੀ ਗਰੀਬਾਂ ਨੂੰ ਜੀ ਨਿਵਾਜਣ ਵਾਲਿਆ ਗਰੀਬਾਂ ਨੂੰ ਜੀ ਨਿਵਾਜਣ ਵਾਲਿਆ ਲੱਖ ਲੱਖ ਸ਼ੁਕਰ ਗਰੀਬਾਂ ਨੂੰ ਨਿਵਾਜਣ ਵਾਲਿਆ ਬਈ ਤੇਰਾ ਲੱਖ ਲੱਖ ਸ਼ੁਕਰ ਮਨਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰਾਂ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰਾ ਲੱਖ ਲੱਖ ਸ਼ੁਕਰ ਵੀ ਗਰੀਬਾਂ ਨੂੰ ਨਿਵਾਜਣ ਵਾਲਿਆ ਸ਼ੁਕਰ ਮਨਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ ਬੜਾ ਧੰਨਵਾਦ ਹੈ ਆਪ ਜੀ ਦਾ ਸੱਚੇ ਪਾਤਸ਼ਾਹ। ਇਹ ਅੰਦਰ ਬੈਠੇ ਮਹਿਮਾ ਕਰ ਰਹੇ ਹਨ। ਉਹ ਜਿਹੜਾ ਸ਼ਾਹੂਕਾਰ ਬਾਹਰ ਨਿਕਲਿਆ ਸੀ ਉਹਦੇ ਮਨ ਦੇ ਵਿੱਚ ਹਜੇ ਹੋਰ ਇਹਨਾਂ ਦੀ ਮਦਦ ਕਰਨ ਦੀ ਚਾਹਨਾ ਜਾਗੀ ਹੋਈ ਹੈ। ਕਿਵੇਂ ਮੈਂ ਉਹਨਾਂ ਦੀ ਮਦਦ ਕਰਾਂ, ਕਿਵੇਂ ਮੈਂ ਹੋਰ ਇਹਨਾਂ ਦਾ ਸਹਿਯੋਗ ਦੇਵਾਂ। ਉਹਦੇ ਪਾਸ 500 ਸੋਨੇ ਦੀਆਂ ਮੋਹਰਾਂ ਦੀ ਥੈਲੀ ਸੀ। ਬਾਹਰ ਨਿਕਲ ਕੇ ਸਾਧ ਸੰਗਤੋਂ ਨੇ 500 ਸੋਨੇ ਦੀਆਂ ਮੋਹਰਾਂ ਦੀ ਥੈਲੀ ਕੰਧ ਦੇ ਉੱਤੋਂ ਦੀ ਅੰਦਰ ਸੁੱਟ ਦਿੱਤੀ। ਉੱਠਣਗੇ ਅੰਮ੍ਰਿਤ ਵੇਲੇ ਸਵੇਰੇ ਜਾਗਣਗੇ, ਜਦੋਂ ਦੇਖਣਗੇ ਤਾਂ ਪੈਸਾ ਚੱਕ ਲੈਣਗੇ ਤੇ ਵਰਤ ਲੈਣਗੇ। ਹੁਣ ਸਾਧ ਸੰਗਤ ਪਰਿਵਾਰ ਵਾਲਿਆਂ ਨੂੰ ਚਾਹ ਨਹੀਂ ਚੱਕਿਆ ਜਾਂਦਾ। ਸਾਡੀ ਗਰੀਬੀ ਦੂਰ ਕਰਤੀ ਸਤਿਗੁਰਾਂ ਨੇ, ਪੈਸਾ ਨਹੀਂ ਚੱਕਿਆ। ਬਾਰ ਬੰਦ ਕਰਕੇ ਤਾਂ ਅੰਦਰ ਪਹਿਲੇ ਹੀ ਆ ਗਏ ਸਨ। ਉਹੀ ਬਹੁਤ ਹੈ ਜਿਹੜੀਆਂ ਵਸਤੂਆਂ ਸਤਿਗੁਰਾਂ ਨੇ ਭੇਜ ਦਿੱਤੀਆਂ। ਸਮਾਂ ਲੰਘਦਾ ਗਿਆ, ਸਾਰੀ ਰਾਤ ਲੰਘ ਗਈ। ਜਦੋਂ ਸਵੇਰ ਹੋਈ, ਗੇਟ ਦਰਵਾਜ਼ਾ ਖੋਲਣ ਵਾਸਤੇ ਆਏ ਬਾਹਰ ਨੂੰ, ਪੈਰ ਦੇ ਵਿੱਚ 500 ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਪੈਰ ਵਿੱਚ ਵੱਜੀ, ਠੋਕਰ ਵੱਜੀ। ਇੱਕਦਮ ਜਦੋਂ ਉਠਾ ਕੇ ਦੇਖੀ, ਓਹੋ ਇਹ ਤਾਂ ਬੜੀ ਭਾਰੀ ਹੈ। ਇਹਦੇ ਵਿੱਚ ਤਾਂ ਇਉਂ ਪ੍ਰਤੀਤ ਹੁੰਦਾ ਜਿਵੇਂ ਪੈਸਾ ਹੋਵੇ, ਸੋਨੇ ਦੀਆਂ ਮੋਹਰਾਂ ਹੋਣ। ਅੰਦਰ ਲੈ ਕੇ ਚਲਿਆ ਗਿਆ ਭਾਈ ਸਾਹਿਬ, ਭਾਈ ਹਰੀਆ ਜੀ। ਘਰ ਵਾਲੀ ਨੂੰ ਕਹਿੰਦਾ, ਭਾਗਵਾਨੇ ਇਹ ਪੈਸਾ ਆਪਣੇ ਘਰੇ ਕਿਵੇਂ ਆ ਗਿਆ ਇੰਨਾ ਜ਼ਿਆਦਾ? ਇੰਨਾ ਧਨ ਪਦਾਰਥ 500 ਸੋਨੇ ਦੀਆਂ ਮੋਹਰਾਂ। ਇਹ 300-400 ਸਾਲ ਪਹਿਲਾਂ ਦੀ ਗੱਲ ਹੈ। ਅੱਜ ਦੇ ਹਿਸਾਬ ਨਾਲ ਤਾਂ ਤੁਸੀਂ 5 ਲੱਖ ਤੋਂ ਵੀ ਵੱਧ ਮੰਨ ਕੇ ਚੱਲੋ। ਇੰਨਾ ਪੈਸਾ ਆਪਣੇ ਘਰੇ ਕਿਵੇਂ ਆ ਗਿਆ? ਦੋਨੋਂ ਜਾਣੇ ਬਹਿ ਕੇ ਵਿਚਾਰਨ ਲੱਗੇ ਵੀ ਆਪਣੇ ਤਾਂ ਪੈਸਾ ਇੱਕ ਵੀ ਨਹੀਂ ਹੈਗਾ ਘਰੇ। ਹੁਣ ਬੇਟੀ ਕਹਿਣ ਲੱਗੀ, ਇਉਂ ਲੱਗਦਾ ਇਹ ਜੋ ਪੈਸਾ ਹੈ ਨਾ, ਕੱਲ ਜਿਹੜਾ ਸ਼ਾਹੂਕਾਰ ਭਾਈ ਸਾਹਿਬ ਆਪਣੇ ਘਰੇ ਆਇਆ ਸੀ, ਉਹਦਾ ਵਿਚਾਰੇ ਦਾ ਡਿੱਗ ਗਿਆ ਹੋਣਾ ਆਪਣੇ ਘਰੇ, ਭੁੱਲ ਗਿਆ ਹੋਣਾ ਜਾਂ ਡਿੱਗ ਗਿਆ ਹੋਣਾ, ਪਤਾ ਨਹੀਂ। ਰਸਤੇ ਵਿੱਚ ਜੀ ਉਹਨੂੰ ਪੈਸੇ ਦੀ ਜ਼ਰੂਰਤ ਪੈ ਗਈ, ਕਿਵੇਂ ਵਿਚਾਰੇ ਨੇ ਸਾਰਿਆ ਹੋਵੇਗਾ। ਆਪਾਂ ਇਹ ਪੈਸਾ ਵਰਤਣਾ ਨਹੀਂ, ਆਪਾਂ ਇਹ ਪੈਸਾ ਦਿਨ ਚੜ੍ਹਦੇ ਤੱਕ ਸਤਿਗੁਰਾਂ ਦੇ ਕੋਲ ਖਡੂਰ ਸਾਹਿਬ ਪਹੁੰਚਦਾ ਕਰਨਾ ਹੈ। ਕਹਿ ਕੇ ਗਿਆ ਨਾ ਆਪਾਂ ਨੂੰ ਵੀ ਮੈਂ ਸਤਿਗੁਰਾਂ ਦੇ ਕੋਲ ਚੱਲਿਆ, ਆ ਮੇਰੀ ਡਿਊਟੀ ਲਗਾਈ ਸੀ। ਲੋੜਵੰਦ ਪਰਿਵਾਰ ਹੈ, ਉਹਨੂੰ ਇਹ ਪੈਸਾ, ਅਨਾਜ, ਲੰਗਰ ਪ੍ਰਸ਼ਾਦੇ ਵਾਸਤੇ ਵਸਤੂਆਂ ਪਹੁੰਚਦੀਆਂ ਕਰੋ। ਤੇ ਆ ਪੈਸੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਸੀ ਕੋਈ। ਇਹ ਪੈਸਾ ਉਹ ਇੱਥੇ ਭੁੱਲ ਗਿਆ ਜਾਂ ਡਿੱਗ ਗਿਆ, ਆਪਾਂ ਉਹਨੂੰ ਦੇ ਕੇ ਆਉਣਾ ਹੈ। ਅਸੀਂ ਪਹਿਲਾਂ ਵਿਚਾਰ ਕਰ ਰਹੇ ਸਾਂ, ਅਸੀਂ ਜਦੋਂ ਦੁਕਾਨ ਤੋਂ ਸੌਦਾ ਲੈਂਦੇ ਹਾਂ, ਜੇ ਸਾਨੂੰ ਕੋਈ ਭੁੱਲ ਕੇ ਵੱਧ ਪੈਸੇ ਮੋੜ ਦੇਵੇ, ਅਸੀਂ ਕਦੇ ਨਹੀਂ ਕਹਿੰਦੇ ਵੀ ਤੇਰੇ ਪੈਸੇ ਸਾਡੇ ਵੱਲ ਆ ਗਏ। ਕਈ ਲੋਕ ਐਸੇ ਵੀ ਦੇਖੇ ਹਨ, ਆ ਮੇਲੇ ਲੱਗਦੇ, ਦੁਕਾਨਾਂ ਲੱਗਦੀਆਂ,
ਕਈ ਲੋਕ ਜਾਂਦੇ ਹਨ, ਇੱਕ ਚੀਜ਼ ਖਰੀਦ ਲੈਂਦੇ ਹਨ, ਦੋ ਦੋ ਚੋਰੀ ਕਰ ਲੈਂਦੇ ਹਨ। ਅਸੀਂ ਦੇਖੇ ਹਨ ਐਸੇ ਲੋਕ ਦੁਕਾਨ ਤੇ ਜਾਂਦੇ ਹਨ, 10 ਰੁਪਈਆਂ ਦੀ ਚੀਜ਼ ਲੈਂਦੇ ਹਨ, 50 ਦੀ ਚੋਰੀ ਕਰਦੇ ਹਨ। ਫਿਰ ਕਈ ਵਾਰ ਉਹ ਕਢਵਾ ਲੈਂਦੇ ਨੇ, ਕੱਢੋ ਤੁਸੀਂ ਲੈ ਕੇ, ਇੱਥੇ ਸਾਡੇ ਕੋਲ ਲੈ ਕੇ ਜਾ ਰਹੇ ਹੋ ਚੋਰੀ ਕਰਕੇ। ਪਰ ਐਸੇ ਵੀ ਗੁਰਸਿੱਖ ਸਾਧ ਸੰਗਤ ਜਿਹੜੇ 500 ਸੋਨੇ ਦੀ ਮੋਹਰ ਘਰੇ ਆਈ ਗਈ, ਉਹ ਦੇ ਕੇ ਗਿਆ ਕਿ ਤੁਸੀਂ ਵਰਤ ਲਓ, ਤੁਹਾਡੀ ਗਰੀਬੀ ਦੂਰ ਹੋ ਜਾਏ। ਪਰ ਇਹ ਕਹਿੰਦੇ ਨਹੀਂ, ਅਸੀਂ ਨਹੀਂ ਵਰਤਣੀ। ਉਹ ਸਾਰੇ ਦੀ ਸਾਰੀ ਮਾਇਆ ਉਠਾਈ, ਤਿੰਨੇ ਜਾਣੇ, ਬੇਟੀ, ਭਾਈ ਖਰੀਆ ਤੇ ਉਹਨਾਂ ਦੀ ਘਰਵਾਲੀ, ਤਿੰਨੇ ਜਾਣੇ ਮੰਜ਼ਲੋ ਮੰਜ਼ਲੀ ਪੈਂਡਾ ਤੈਅ ਕਰਦੇ ਸਾਧ ਸੰਗਤ ਜਦੋਂ ਖਡੂਰ ਸਾਹਿਬ ਪਹੁੰਚ ਜਾਂਦੇ ਹਨ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਸਜੇ ਹੋਏ ਹਨ। ਸੰਗਤਾਂ ਰੱਜ ਰੱਜ ਕੇ ਦੀਦਾਰ ਕਰਦੀਆਂ ਹਨ। ਚਾਹੇ ਆਪਾਂ ਕਹਿੰਦੇ ਹਾਂ ਗੁਰਾਂ ਦਾ ਮੁਖ ਚੰਨ ਵਰਗਾ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇਹੋ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਸਜੇ ਬੈਠੇ ਹਨ, ਜਿਵੇਂ ਕਰੋੜਾਂ ਚੰਦਰਮਾ, ਕਰੋੜਾਂ ਚਕੋਰਾਂ ਚੰਦਰਮਾ ਦਾ ਦੀਦਾਰ ਕਰਦੀਆਂ ਹਨ ਇੱਕ ਟਿੱਕੀ ਲਗਾ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਸਜੇ ਹੋਏ ਹਨ ਔਰ ਇਧਰ ਸੰਗਤਾਂ ਬੇਨਤੀ ਕਰ ਰਹੀਆਂ ਹਨ। ਕੀ ਕਹਿੰਦੀਆਂ ਹਨ?